प्रचारक, गुरु घर का कीर्तनी भी प्रचारक, गुरु घर का कवीशर भी प्रचारक, रागी ढाडी कथावाचक भी प्रचारक, क्योंकि गुरु नानक देव जी ने प्रचार किया। चढ़िया सोगण धरत लकाई, मालूवाल संतां बचपन दे विच ऐसे कुछ न्यारियां खेडां पिता जी कहंदे साहब दिता साहब तेरे दादा जी का एक करड़ा हुक्म है बाबा पाखर जी का, तेरे दादा जी का। हाँ पिता जी हुक्म। कहन लगे जिहड़ी मक्की बीजी आ ना ओनू कां तोते गटारा घुग्गियां वगैरह नुकसानी जांदियां, ते दादा जी तेरे दा करड़ा हुक्म आ जाके खेतां दी राखी कर। मालूवाल संतां दी गल आ। कहन लगे पिता जी 7 वचन। कहन लगे गलेल बना ला, गलेल दे विच चलाउण वास्ते मिट्टी दे गलेले चुल्हे दी अग विच रख के पक्के कर ला। की कहिंदे आ? कहिंदे पुत्रा जिन्नू किते तेरा गलेला वजे ना मुड़ के जानवर उत्तों बाजियां पेलदा ही आवे, जिहड़े मक्की दे खेतां दा नुकसान जानवर करदे सन। चेहरे ते उदासी आ गई, भावें मेरी बचपन दी उम्र है, बाणी कुछ कहंदी है 8-60 तीरथ सगल पुन जी दया प्रवान, पर पिता जी ने दादा जी का हुक्म सुना था। कहन लगे पिता जी 7 वचन। मिट्टी दे गोलियां वट लियां, चुल्हे दे विच सुट लियां, वो लोहे लाखियां होइयां पक्कियां होइयां। कहन पिता जी ने देखियां, भाई नानो जी ने दादा जी नूं विखा लियां, भाई पाखर जी नूं। कहन लगे दादा जी देखो सही आ। कहिंदे वाह वाह ये तू गलेले इदां दे तैयार कर लिया जेड़े जानवर नूं वजण वो बाजियां पेलदा ही आऊ। कहिंदे पर गल दादा जी होर आ, संत बड़े धर्मात्मा मोढे रखण बंदूक, गोला मारन ज्ञान दा मारन पंजे दूत। मेरे हथों किसी जानवर की जान नहीं जानी। मैं अपना सुभाव दस दिता, क्योंकि मैनू बाणी दे विचों एक सेध मिली है। वो तैनू मूर्खा लाज ना आवे, तू को के मारे जीवन, मूर्खा लाज ना आवे, को के मारे जीवन, तेनू मूर्खा लाज ना आवे, तो के मारे जीवन।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕੁਛ ਕਹਿੰਦੀ ਹੈ, ਜੀਆਂ ਕੋਤ ਨਾ ਸੰਗੇ ਪ੍ਰਾਣੀ, ਜੀਆਂ ਨੂੰ ਕੋ ਕੇ ਮਾਰਦਾ, ਤੈਨੂੰ ਸੰਗ ਸ਼ਰਮ ਨਹੀਂ ਆਉਂਦੀ, ਤੈਨੂੰ ਲਾਜ ਨਹੀਂ ਆਉਂਦੀ। ਜੀਆ ਜੰਤ ਨਿੱਕੇ ਨਿੱਕੇ ਜੀਵ, ਧੰਨ ਧੰਨ ਬਾਬਾ ਸਾਹਿਬ ਦਿੱਤਾ ਜੀ ਗਲੇਲ ਲੈ ਕੇ ਗੁਲੇਲੇ ਲੈ ਕੇ ਸਾਡੇ ਮਾਝੇ ਦੇ ਏਰੀਏ ਵਿੱਚ ਜਿਹੜਾ ਖੇਤਾਂ ਦੇ ਵਿੱਚ ਮੱਕੀ ਦੇ ਖੇਤਾਂ 'ਚ ਉੱਚੀ ਜਗ੍ਹਾ ਬਣਾਈ ਜਾਂਦੀ, ਉਹਨੂੰ ਕਿਹਾ ਜਾਂਦਾ ਸੀ ਮਣਾ। ਮਣੇ ਦੇ ਉੱਪਰ ਬਾਬਾ ਜੀ ਬੈਠ ਜਾਂਦੇ। ਉਹ ਜਿਹੜੇ ਗਲੇਲੇ ਬਣਾਏ ਸਨ, ਸਿਮਰਨ ਕਰਦਿਆਂ ਕਿ ਮੈਂ ਇੰਨਾ ਸਿਮਰਨ ਕਰਨਾ। ਜਦੋਂ ਇੱਕ ਮੂਲ ਮੰਤਰ ਦਾ ਪਾਠ ਹੋ ਜਾਂਦਾ, ਉਹ ਜਿਹੜੀ ਗੋਲੀ ਗਲੇਲਾ ਬਣਾਇਆ ਸੀ, ਗਲੇਲ ਦੇ ਵਿੱਚ ਚਲਾਉਣ ਨੂੰ ਦੂਜੇ ਪਾਸੇ ਰੱਖ ਲੈਂਦੇ। ਜਾਨਵਰ ਮੌਜਾਂ ਲੈਂਦੇ ਰਹਿੰਦੇ। ਇੱਕ ਦਿਨ ਦਾਦਾ ਜੀ ਤੇ ਪਿਤਾ ਜੀ ਖੇਤਾਂ ਵਿੱਚ ਆਏ। ਆਣ ਕੇ ਦੇਖਦੇ ਆ ਮੱਕੀ ਦੀਆਂ ਅੱਧੀਆਂ ਛੱਲੀਆਂ ਜਾਨਵਰਾਂ ਨੇ ਖਾਧੀਆਂ। ਤੇ ਬਾਬਾ ਸਾਹਿਬ ਦਿੱਤਾ ਜੀ ਬਚਪਨ ਦੀ ਮੈਂ ਗੱਲ ਕਹਿਣ ਡਿਆ, ਜਦੋਂ ਦੇਖਿਆ ਇਹ ਮਣੇ ਦੇ ਉੱਪਰ ਚੌਂਕੜਾ ਲਗਾ ਕੇ ਬੈਠਿਆ, ਮੂਲ ਮੰਤਰ ਦਾ ਜਾਪ ਕਰਕੇ ਗਲੇਲਾ ਦੂਜੇ ਪਾਸੇ ਰੱਖੀ ਜਾਂਦੇ, ਮੂਲ ਮੰਤਰ ਦਾ ਜਾਪ ਕਰਕੇ ਗਲੇਲਾ ਦੂਜੇ ਪਾਸੇ ਰੱਖੀ ਜਾਂਦੇ। ਪਿਤਾ ਜੀ ਨੇ ਜਾ ਕੇ ਬਾਹੋਂ ਫੜਿਆ। ਕੀ ਕਹਿੰਦੇ? ਕਹਿੰਦੇ ਆਓ ਦੇਖ ਬੇੜਾ ਗਰਕ ਕਰਕੇ ਰੱਖਤਾ ਹੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੱਡਾ ਤੂੰ ਭਗਤੂ ਬਣਿਆ, ਸਾਰੀ ਮੱਕੀ ਜਾਨਵਰ ਖਾ ਗਿਆ ਤੇ ਤੂੰ ਇੱਥੇ ਭਗਤੀ ਕਰਨ ਡਿਆ, ਨੀਵੀਂ ਪੈ ਗਈ। ਦਾਦਾ ਜੀ ਗਲਤੀ ਆ, ਪਿਤਾ ਜੀ ਗਲਤੀ ਆ। ਥੋੜੀ ਜੀ ਝਿੜਕ ਮਾਰੀ ਦਾਦੇ ਤੇ ਪਿਤਾ ਨੇ। ਕਹਿਣ ਲੱਗੇ ਤੇਰੇ ਨਾਲ ਜਿੰਨਾ ਪਿਆਰ ਕਰੀਦਾ ਤੂੰ ਵਿਗੜੀ ਜਾਣਾ, ਕੋਈ ਕੰਮ ਸਿੱਧਾ ਵੀ ਕੀਤਾ ਹੀ। ਬਚਪਨ ਚ ਹੱਥ ਜੋੜੇ, ਕਹਿੰਦੇ ਦਾਦਾ ਜੀ ਤੁਹਾਨੂੰ ਪਤਾ ਕਿ ਮੱਕੀ ਦੇ ਦਾਣੇ ਕਿੰਨੇ ਕੁ ਨਿਕਲਣੇ ਸੀ? ਕਹਿੰਦੇ ਮੈਨੂੰ ਕੋਈ ਭੁਲੇਖਾ? ਪਿਤਾ ਜੀ ਆਪ ਜੀ ਨੂੰ ਪਤਾ ਕਿੰਨੇ ਕੁ ਨਿਕਲਣੇ ਸਨ? ਕਹਿੰਦੇ ਮੈਨੂੰ ਕੋਈ ਭੁਲੇਖਾ? ਖਿਆਲ ਕਰਿਓ, ਜ਼ਿਮੀਦਾਰ ਆਪਣੇ ਖੇਤ ਦੇ ਉੱਪਰ ਦੀ ਚੱਕਰ ਲਾ ਕੇ ਆਉਂਦਾ ਨਾ, ਅੰਦਾਜ਼ਾ ਲਾ ਕੇ ਕਹਿ ਦਿੰਦਾ ਪੁੱਤਰਾ ਜਿਹੜੀ ਆਪਣੀ ਫਲਾਣੀ ਪਰਮਲ ਆ ਨਾ ਉਹ 34 ਕੁਇੰਟਲ ਨਿਕਲਣੀ। ਹੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਦੇ ਏੜ ਗੇੜ ਨਿਕਲੂ, ਜਾਂ 50 ਕਿਲੋ ਉੱਪਰ ਜਾਂ 50 ਕਿਲੋ ਥੱਲੇ। ਜਦੋਂ ਟਰਾਲੀ ਦੇ ਵਿੱਚ ਪਾ ਕੇ ਚੱਲੇਗਾ ਤੇ ਉਸੇ ਵੇਲੇ ਕਹਿ ਦੂ ਮਹਾਰਾਜ ਦੀ ਬੜੀ ਕਿਰਪਾ ਈ, ਤੂੰ ਦੇਖੀ ਯਾਰਕਾਂ ਇਸ ਟਰਾਲੀ ਚੋਂ ਤਕਰੀਬਨ 50 ਕੁਇੰਟਲ ਝੋਨਾ ਟਰਾਲੀ ਦੇ ਵਿੱਚ ਆ। ਅੰਦਾਜ਼ਾ ਲਾਊ। ਖੇਤ ਦੇ ਵਿੱਚ ਖੜੀ ਖਲੋਤੀ ਫਸਲ ਦਾ ਬਹੁਤੇ ਬਜ਼ੁਰਗ, ਅਸੀਂ ਨਹੀਂ ਬਜ਼ੁਰਗ, ਅੰਦਾਜ਼ਾ ਲਾ ਲੈਂਦੇ ਆ। ਅੱਜ ਵੀ ਭਾਵੇਂ ਉਹ ਅਨਪੜ੍ਹ ਆ ਪਰ ਉਹਨਾਂ ਦਾ ਤਜਰਬਾ ਜ਼ਿਆਦਾ। ਇਸੇ ਤਰ੍ਹਾਂ ਭਾਈ ਪਾਖਰ ਜੀ, ਬਾਬਾ ਜੀ ਦੇ ਦਾਦਾ ਜੀ, ਪਿਤਾ ਜੀ ਭਾਈ ਨਾਨੋ ਜੀ, ਇਹ ਕਹਿੰਦੇ ਇੰਨੀ ਮੱਕੀ ਨਿਕਲਣੀ ਸੀ, ਸਾਰੀ ਤੂੰ ਜਾਨਵਰਾਂ ਨੂੰ ਖਵਾਲ ਕੇ ਰੱਖਦੀ ਆ। ਤੇ ਬਾਬਾ ਸਾਹਿਬ ਦਿੱਤਾ ਜੀ ਕਹਿੰਦੇ ਹੱਸ ਕੇ, ਕਹਿੰਦੇ ਦਾਦਾ ਜੀ ਜੇ ਉਦੋਂ ਵੱਧ ਨਿਕਲੀ ਤੇ ਉਹ ਮੇਰੀ ਜੇ। ਪਤਾ ਸੀ ਮੈਂ ਖੇਤਾਂ ਦੀ ਰਾਖੀ ਕਰਦਿਆਂ ਤਪੱਸਿਆ ਕੀਤੀ ਆ। ਤਪੱਸਿਆ ਲਾਹੇਵੰਦ ਸੌਦਾ, ਘਾਟਾ ਨਹੀਂ ਪੈਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿਧ। ਦਾਦਾ ਜੀ ਕਹਿਣ ਲੱਗੇ ਬਸ ਨਾਨੋ ਕੁਛ ਨਾ ਬੱਚਿਆਂ ਨੂੰ ਕਹੀਂ, ਕੁਛ ਨਾ ਕਹੀਂ, ਇਹਨੇ ਜ਼ਿੰਮੇਵਾਰੀ ਚੁੱਕ ਲਈ ਆ, ਆਪੇ परमात्मा साडी घाट पूरी करू। हुण इहदे अगे ना बोलनी। ओही गल होई समय आउण ते जदों छल्लियां पक्कियां तोड़ के घर खड़ियां, जिस तरह आपां उन्हां दिनां विच
ਛੱਲੀਆਂ ਦੇ ਦਾਣੇ ਕੱਢਦੇ ਸਾਂ, ਦਾਣੇ ਤੋਲੇ ਜਿੰਨੀ ਬਜ਼ੁਰਗਾਂ ਨੇ ਕਹੀ ਸੀ ਉਹਦੇ ਨਾਲੋਂ 4-5 ਗੁਣਾ ਜ਼ਿਆਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਭਾਅ ਮੁਤਾਬਕ ਬਾਬਾ ਸਾਹਿਬ ਦਿੱਤਾ ਜੀ ਕੀ ਕਹਿੰਦੇ? ਕਹਿੰਦੇ ਦਾਦਾ ਜੀ ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਉਹਨਾਂ ਨੇ ਆਪਣਾ ਹਿੱਸਾ ਖਾਦਾ, ਸਾਡਾ ਥੋੜਾ ਖਾਦਾ ਸੀ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਾਉ ਕਰਿਆ ਜੀ। ਕਾਹੇ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਾਉ ਕਰਿਆ ਜੀ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਾਉ ਕਰਿਆ। ਸਿਰ ਸਿਰ ਰਿਜਕ ਸੰਭਾਹੇ ਕਾਹੇ ਮਨ ਪਾਉ ਕਰਿਆ। ਸਿਰ ਰਿਜਕ ਸੰਭਾਹੇ ਠਾਕੁਰ, ਜਿਹੜਾ ਕਾਵਾਂ ਨੇ, ਘੁੱਗੀਆਂ ਨੇ, ਗਟਾਰਾਂ ਨੇ, ਤੋਤਿਆਂ ਨੇ ਮੱਕੀ ਖਾਧੀ, ਉਹਨਾਂ ਸਾਡਾ ਨਹੀਂ ਸੀ ਖਾਦਾ, ਉਹਨਾਂ ਆਪਣੇ ਭਾਗ ਖਾਦੇ ਸਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਦਿਨ ਤੋਂ ਦਾਦਾ ਜੀ ਨੇ ਕਹਿ ਦਿੱਤਾ, ਕਹਿਣ ਲੱਗੇ ਨਾਨੋ ਓਏ ਕੋ ਰੱਬ ਦਾ ਪਿਆਰਾ, ਨਾ ਇਹਨੂੰ ਝਿੜਕ ਮਾਰੀਏ, ਇਹਨੂੰ ਪਰਮਾਤਮਾ ਦੇ ਨਾਮ ਦੇ ਰੰਗ ਦੀ ਮਸਤੀ ਚ ਜੀਵਨ ਜੀਉਣ ਦਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕੀ ਸੀ? ਫਿਰ ਕੀ ਸੀ? ਨਾਮ ਖੁਮਾਰੀ, ਸੇਵਾ ਤੇ ਸਿਮਰਨ ਦੀ ਜ਼ਿੰਦਗੀ ਪ੍ਰਾਰੰਭ ਹੋ ਗਈ। ਬਸ ਜਿੱਥੇ ਬੈਸਨ ਸਾਧ ਜਨ, ਅੱਜ ਲਫ਼ਜ਼ ਕਈਆਂ ਨੂੰ ਬੜਾ ਬੁਰਾ ਲੱਗਦਾ, ਸਾਧ ਸੰਤ ਮਹਾਂਪੁਰਖ, ਕਈਆਂ ਨੂੰ ਲਫ਼ਜ਼ ਬੜਾ ਬੁਰਾ ਲੱਗਦਾ, ਪਰ ਖਿਆਲ ਕਰਿਓ ਜਿਨਨੇ ਆਪਣਾ ਮਨ ਸਾਧ ਲਿਆ ਹੋਵੇ ਉਹਨੂੰ ਕਹਿੰਦੇ ਆ ਸਾਧੂ, ਸਾਧ। ਜਿਨਨੇ ਨਾਮ ਜਪ ਜਪ ਕੇ ਸ਼ਾਂਤੀ, ਨਿਮਰਤਾ ਤੇ ਤਿਆਗ ਲੈ ਲਿਆ ਹੋਵੇ ਸਾਧ ਸੰਗਤ ਜੀ, ਉਹਨੂੰ ਕਹਿੰਦੇ ਸੰਤ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਕਹਿੰਦੇ ਸੰਤ। ਜਿਨਨੇ ਭਗਤੀ, ਗਿਆਨ ਤੇ ਤਿਆਗ ਦੀ ਭਾਵਨਾ ਲੈ ਲਈ ਹੋਵੇ ਉਹਨੂੰ ਕਹਿੰਦੇ ਭਗਤ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। 84 ਲੱਖ ਜੋਨ ਉਪਾਈ, ਰਿਜਕ ਦਿਆ ਸਭ ਹੂ ਕੋ ਸਾਧਕਾ। ਬੰਦਗੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਰ ਵੀ ਵਧਾ ਦਿੱਤੀ। ਬੰਦਗੀ ਕਰਦਿਆਂ ਕਰਦਿਆਂ ਉਹਨਾਂ ਦਿਨਾਂ ਵਿੱਚ ਸੈਂਕੜਿਆਂ ਦੇ ਹਿਸਾਬ ਦੇ ਨਾਲ ਸਾਧ ਸੰਗਤ ਆਉਣ ਲੱਗ ਪਈ। ਬਾਬਾ ਜੀ ਕਹਿੰਦੇ ਇਹ ਤੇ ਸੌਦਾ ਘਾਟੇ ਬੰਦਾ। ਧੰਨ ਬਾਬਾ ਸਾਹਿਬ ਦਿੱਤਾ ਜੀ। ਕਿਉਂ? ਕਹਿਣ ਲੱਗੇ ਗਰਜੀ ਲੋਕ ਆਉਂਦੇ ਨੇ, ਜਿੰਨਾ ਮੈਨੂੰ ਸਿਮਰਨ ਕਰਨਾ ਚਾਹੀਦਾ ਉਹਨਾਂ ਸਿਮਰਨ ਇਹ ਕਰਨ ਨਹੀਂ ਦਿੰਦੇ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਪਰ ਮੈਂ ਚਾਹੁੰਦਾ ਮੇਰੀ ਪਰਮਾਤਮਾ ਦੇ ਨਾਲ ਲਿਵ ਲੱਗੀ ਰਹੇ। ਮੈਂ ਚਾਹੁੰਦਾ ਮੇਰੀ ਪਰਮਾਤਮਾ ਦੇ ਨਾਲ ਲਿਵ ਲੱਗੀ ਰਹੇ। ਮੈਂ ਚਾਹੁੰਦਾ
ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਗੁਰ ਚਰਨਾਂ ਦੇ ਨਾਲ 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 ਇਹੋ ਮਨ ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਲੱਗਾ ਰਹੇ ਗੁਰ ਚਰਨਾਂ ਦੇ ਨਾਲ ਇਹੋ ਮਨ ਲੱਗਾ ਰਹੇ ਮੈਂ ਚਾਹੁੰਦਾ ਧੰਨ ਬਾਬਾ ਸਾਹਿਬ ਦਿੱਤਾ ਜੀ ਦੀ ਇੱਛਾ ਮੈਂ ਚਾਹੁੰਦਾ ਕਿ ਮੈਂ ਰਾਤ ਦਿਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਾ ਇੱਕ ਦਿਨ ਕੀ ਹੋਇਆ ਮਾਲੂਵਾਲ ਸੰਤਾਂ ਤੋਂ ਧੰਨ ਬਾਬਾ ਸਾਹਿਬ ਦਿੱਤਾ ਜੀ ਰਾਤ ਚੁੱਪ ਚਪੀਤਿਆਂ ਨਿਕਲੇ ਕਿੱਧਰ ਨੂੰ ਤੁਹਾਡੇ ਇਲਾਕੇ ਦੇ ਭਾਗ ਜਗਾਉਣ ਨੂੰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੁਹਾਡੇ ਏਰੀਏ ਦੇ ਭਾਗ ਜਗਾਉਣ ਨੂੰ ਹੌਲੀ ਹੌਲੀ ਕਦਮਦਾਰ ਕਦਮ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਸ੍ਰੀ ਤਰਨ ਤਾਰਨ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਰਹਿਮਤ ਧੰਨ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਇਹ ਖਜ਼ਾਨਾ ਲੈ ਕੇ ਆਪ ਜੀ ਦੇ ਇਲਾਕੇ ਦੇ ਵਿੱਚ ਮਹਾਂਪੁਰਖ ਇਹ ਬਿਆਸਾ ਵਾਲਾ ਦਰਿਆ ਬੇੜੀ ਦੇ ਰਾਹੀਂ ਪਾਰ ਕਰਕੇ ਆਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਥੇ ਕੋਈ ਬਾਬਾ ਜੀ ਦਾ ਨਾਂ ਤੇ ਨਾਨਕਾ ਨਾ ਕੋ ਦਾਦਕਾ ਨਾ ਕੋ ਰਿਸ਼ਤੇਦਾਰੀ ਦਾ ਸੰਬੰਧ ਉਹਨਾਂ ਨੂੰ ਪਤਾ ਹੈ ਕਿ ਪਹਿਲੇ ਸਮੇਂ ਵਿੱਚ ਪਹਿਲੇ ਯੁੱਗਾਂ ਵਿੱਚ ਪਹਿਲੇ ਜਨਮਾਂ ਦੇ ਵਿੱਚ ਪੱਡਾ ਬੇਟ ਧਾਲੀਵਾਲ ਇਧਰ ਪੰਡਾਲ ਬੇਟ ਲਾਗੇ ਲਾਗੇ ਨਗਰਾਂ ਦੇ ਵਿੱਚ ਮੈਂ ਪਹਿਲੇ ਜਾਮਿਆਂ 'ਚ ਵੀ ਆਇਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੋਈ ਰਿਸ਼ਤੇਦਾਰੀ ਦਾ ਸੰਬੰਧ ਨਹੀਂ ਬੇੜੀਆਂ ਦਾ ਝੁੰਡ ਚਾਰ ਚਫੇਰੇ ਬੇੜੀਆਂ ਦਾ ਜੰਗਲ ਬੇਲਾ ਧੰਨ ਬਾਬਾ ਸਾਹਿਬ ਦਿੱਤਾ ਜੀ ਆਪ ਜਗ੍ਹਾ ਦੀ ਥੋੜੀ ਜੀ ਸਫਾਈ ਕੀਤੀ ਚੌਂਕੜਾ ਮਾਰ ਕੇ ਜੁੜ ਗਏ ਕਿੱਥੇ ਜਿੱਥੇ ਗੁਰੂ ਅਮਰਦਾਸ ਜੀ ਨੇ ਕਿਹਾ ਸਦਾ ਰਹੋ ਹਰ ਨਾਲੇ ਮਨ ਮੇਰਿਆ ਸਦਾ ਰਹੋ ਹਰ ਨਾਲੇ ਮਨ ਮੇਰਿਆ ਹਰ ਨਾਲੇ ਮਨ ਮੇਰਿਆ ਸਦਾ ਰਹੋ 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 ਹਰ ਨਾਲੇ ਵਾਹਿਗੁਰੂ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਵਾਹਿਗੁਰੂ ਹਰ ਨਾਲੇ ਹਰ ਨਾਲੇ ਵਾਹਿਗੁਰੂ ਸਦਾ ਰਹੋ ਹਰ
मन मेरा सदा रहो हर नाले हे मन मेरा गुरु अमरदास साहब सानू सब नू समझाउंदे आ किते मन नू कह लिया करो ए मन मेरेया तू सदा रहो हर नाले अकाल पुरख वाहिगुरु दे नाल एकमिक हो के रहो अकाल पुरख वाहिगुरु दी बंदगी कर सदा रहो हर नाले अकाल पुरख वाहिगुरु नू हाजर नाजिर समझ ख्याल करना बंदगी वाला बैठा ते ओने गुरु ग्रंथ साहब जी की बाणी चो जीवन लिया संता किए रीत नराली पार ब्रह्म कर देखे नाली सास सास आराधन सोई क्यों सिमरत कीजा ओनू चार चफेरे अपना सतगुरु नजर आया चार चफेरे सतगुरु जी नजर आया साध संगत जी उन्हें परिपूर्ण परमात्मा नू हाजर नाजर समझे धन बाबा साहब दत्ता जी जे इत्थे चौंकड़ा मार के बेरियां दे झुंड च बैठे आ उन्होंने अकलापन महसूस नहीं किया मैं अकला नहीं उन्होंने परिपूर्ण परमात्मा नू हाजर नाजर समझ के आख्या हे परमात्मा तुसी मेरे नाल हो आखो सतनाम श्री वाहिगुरु मालूवाल नगर दे विच भी तुसी मेरे नाल सी जिथे जिथे भावें अज पाकिस्तान विच शहर सारे चले गए इस्लामाबाद रावलपिंडी सियालकोट पाकिस्तान बन तो पहला ये सारे अपने शहर सन जिथे जिथे भी महापुरख गए श्री अकाल पुरख की बंदगी की तन तन गुरु ग्रंथ साहब जी ते टेक रख के संगत नू शब्द दे नाल जोड़िया आखो सतनाम श्री वाहिगुरु हौली हौली संगत ने आन के देखिया वाह वाह एक अकाल दी पूजा करने वाली को हस्ती पड्डा बेड़ दी जूह दे विच बेरियां दे झुंड विच बैठी और रूह पर जुड़ी आ श्री अकाल पुरख वाहिगुरु दे नाल धन सतगुरु गुरु ग्रंथ साहब जी महाराज बाणी विच कुछ कहिंदे आ साडी सतगुरु जी दे नाल बनदी नहीं क्यों नहीं बनदी असीं सतगुरु जी दे उल्ट चलदे आ निंदकां ते कदी सतगुरु दी खुशी नहीं सतगुरु जी कुछ कहिंदे होण निंदक कुछ कहता होवे कदी प्रमाण नहीं मैं पेंडू उदाहरण दवांगा पिताजी कह देन कि पुत्र ट्राली पवा दे ते पुत्र आखे बापू जाके काम कर ना मैं तेरा आखा मनना ते ना ट्राली पवाउणी आ पिता बेचारा मूँह देण जोगा नहीं रहा इस तरह ख्याल करियो सतगुरु जी कुछ कहते हैं महाराज कहते नानक साध पूर्ण भगवान पर जिन्हें अपना मन साध लिया होवे धन बाबा साहब दत्ता जी वर्गी हस्ती नाल ये भी शर्त जिन्हां ने शांति निमरता ते त्याग नाम जप जप के ले लिया होवे जिन्हां ने भगती ज्ञान ते त्याग की प्राप्ति कर ली होवे उन्हां नूं सतगुरु कहंदे नानक साध पूर्ण भगवान लोकां दे घरी लोकां दे खेतां च पानी पियाल के परिवार पालन वाला कट्टर मुसलमान ख्याली खेतां दे विच काम करदियां नूं पानी पियाल के लंघण लगा है मुसलमान पर झलक पई प्रतख रब दी आखो सतनाम श्री वाहिगुरु आन सिर चुकाया तुसी हुण भी
ਧੰਨ ਬਾਬਾ ਸਾਹਿਬ ਦਿੱਤਾ ਜੀ ਦਾ ਸਰੂਪ ਦੇਖਿਓ, ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਥੱਲੇ ਲੱਗਿਆ, ਝਲਕ ਪੈਂਦੀ ਹੈ ਜਿਵੇਂ ਗੁਰੂ ਨਾਨਕ ਮਹਾਰਾਜ ਦਾ ਚਿਹਰਾ ਹੁੰਦਾ ਭਗਤੀ ਵਾਲਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਰੇਕ ਬੰਦੇ ਦੇ ਨੇਤਰਾਂ ਚੋਂ, ਮੱਥੇ ਚੋਂ, ਉਹਦੇ ਬੋਲਾਂ ਚੋਂ ਕੁਝ ਰੂਹਾਨੀਅਤ ਨਿਕਲਦੀ ਹੈ। ਕਈ ਇਨਸਾਨਾਂ ਦੀ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ ਉਹ ਐਸੀ ਹੁੰਦੀ ਹੈ ਜਿਹਦੇ ਵਿੱਚ ਵੇਖਿਆ ਸਾਰ ਰੱਬ ਦੀ ਪ੍ਰਾਪਤੀ ਹੁੰਦੀ ਹੈ। ਕਦੀ ਮਹਾਂਪੁਰਖਾਂ ਦੇ ਸਰੂਪ ਨੂੰ ਖਿਆਲ ਦੇ ਨਾਲ ਦੇਖਿਓ, ਤੁਹਾਨੂੰ ਝਲਕ ਪਵੇਗੀ ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਰੂਹਾਨੀਅਤ ਦੀ ਸ਼ਕਤੀ ਮਿਲਦੀ ਹੈ। ਵਾਹ, ਐਸੀਆਂ ਹਸਤੀਆਂ ਨੂੰ ਕਹਿੰਦੇ ਨੇ ਉਹ ਜੀ ਪੂਰਨ ਭਗਵਾਨ ਦੇ ਭਾਗਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਕਰਮਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਭਾਗਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਭਾਗਾਂ ਨਾਲ ਦਰਸ਼ਨ ਹੋਏ, ਭਗਵਾਨ ਦੇ ਭਾਗਾਂ ਨਾਲ ਦਰਸ਼ਨ ਹੋਏ, ਭਗਵਾਨ ਦੇ ਕਰਮਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਭਾਗਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਕਰਮਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਭਾਗਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਕਰਮਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਭਾਗਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਕਰਮਾਂ ਨਾਲ ਦਰਸ਼ਨ ਹੋਏ, ਕਰਮਾਂ ਨਾਲ ਦਰਸ਼ਨ ਹੋਏ, ਭਾਗਾਂ ਨਾਲ ਦਰਸ਼ਨ ਹੋਏ, ਦਰਸ਼ਨ ਹੋਏ, ਭਾਗਾਂ ਨਾਲ ਦਰਸ਼ਨ ਹੋਏ, ਦਰਸ਼ਨ ਹੋਏ, ਭਾਗਾਂ ਨਾਲ ਦਰਸ਼ਨ ਹੋਏ, ਕਰਮਾਂ ਨਾਲ ਦਰਸ਼ਨ ਹੋਏ, ਭਾਗਾਂ ਨਾਲ ਦਰਸ਼ਨ ਹੋਏ, ਕਰਮਾਂ ਨਾਲ ਦਰਸ਼ਨ ਹੋਏ, ਭਾਗਾਂ ਨਾਲ ਦਰਸ਼ਨ ਹੋਏ, ਕਰਮਾਂ ਨਾਲ ਦਰਸ਼ਨ ਹੋਏ, ਭਾਗਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਭਾਗਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਕਰਮਾਂ ਨਾਲ ਦਰਸ਼ਨ ਹੋਏ, ਭਗਵਾਨ ਦੇ ਭਾਗਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਕਰਮਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਭਾਗਾਂ ਨਾਲ ਦਰਸ਼ਨ ਹੋਏ, ਪੂਰਨ ਭਗਵਾਨ ਦੇ ਕਰਮਾਂ ਨਾਲ ਦਰਸ਼ਨ ਹੋਏ। ਧੰਨ ਮਹਾਂਪੁਰਖ ਬਾਬਾ ਸਾਹਿਬ ਦਿੱਤਾ ਜੀ ਦੀ ਰੂਹਾਨੀਅਤ ਦੇਖ ਕੇ ਕਦੀ ਕਹਿੰਦੇ ਵਾਹ ਇਹ ਤੇ ਖੁਦਾ ਦਾ ਨੂਰ ਹੀ ਆ। ਖਿਆਲੀ ਜੀ ਕਹਿੰਦੇ ਨਮਸਕਾਰ ਕਰਕੇ ਪੁੱਛਿਆ ਮਹਾਰਾਜ ਜੀ ਕੋਈ ਛਕਣ ਵਾਸਤੇ ਲੈਵਾਂ? ਗਰੀਬ ਮੁਸਲਮਾਨ ਆ ਖਿਆਲੀ ਜੀ। ਮਹਾਂਪੁਰਖ ਕਹਿੰਦੇ ਅਸੀਂ ਤੇ ਨਿਰ ਇੱਛਤ ਆ, ਜੇ ਤੈਨੂੰ ਕੋਈ ਇੱਛਾ ਤੇ ਲੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਤੇ ਨਿਰ ਇੱਛਤ ਆ, ਸਾਨੂੰ ਨਹੀਂ ਕੋਈ ਇੱਛਾ, ਜੇ ਕੋ ਤੇਰੀ ਭਾਵਨਾ ਤੇ ਲੈ ਆ ਭਾਈ। ਖਿਆਲੀ ਜੀ ਘਰ ਗਏ, ਘਰ ਵਾਲੀ ਨਾਲ ਬੱਚਿਆਂ ਨੂੰ ਆਓ ਤੁਹਾਨੂੰ ਖੁਦਾ ਵਿਖਾਲ ਕੇ ਲਿਆਵਾਂ। ਵਾਹ ਕੱਟੜ ਮੁਸਲਮਾਨ। ਬੀਬੀ ਲੈ ਲਈ ਘਰ ਵਾਲੀ, ਬੱਚੇ ਲੈ ਲੈ, ਦੁੱਧ ਦਾ ਗੜਵਾ ਲੈਣ ਦਾ। ਕਹਿੰਦਾ ਆਉਂਦਾ ਕਿਤੇ ਭਰਮ ਨਾ ਕਰਿਓ ਆਪਣੀ ਘਰ ਵਾਲੀ ਨੂੰ ਤੇ ਆਪਣੇ ਬੱਚਿਆਂ ਨੂੰ, ਕਿਤੇ ਭਰਮ ਨਾ ਕਰਿਓ। ਉਹ ਗੁਰੂ ਨਾਨਕ ਦਾ ਸਿੱਖ ਆ,
ਉਹਨੂੰ ਖੁਦਾ ਦੇ ਰੂਪ ਦੇ ਵਿੱਚ ਸਜਦਾ ਕਰਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਵਨਾ ਦੇ ਨਾਲ ਨਮਸਕਾਰ ਕਰਿਓ। ਜਦੋਂ ਨੇੜੇ ਆਏ ਭਾਈ ਖਿਆਲੀ, ਘਰ ਵਾਲੀ ਬੀਬੀ, ਬੱਚਿਆਂ ਨੇ ਖੁਦਾ ਸਮਝ ਕੇ ਨਮਸਕਾਰ ਕੀਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੇਨਤੀ ਕੀਤੀ, ਮਹਾਰਾਜ ਗਰੀਬਾਂ ਦੀ ਭੇਟਾ ਪ੍ਰਵਾਨ ਕਰੋ, ਗਰੀਬਾਂ ਦੀ ਭੇਟਾ ਪ੍ਰਵਾਨ ਕਰੋ। ਮਹਾਂਪੁਰਖ ਕਹਿਣ ਲੱਗੇ, ਭਾਈ ਜਿਹੜੇ ਬਰਤਨ ਲਿਆਏ ਹੋ ਇੱਕ ਖੁਦਾ ਦੇ ਨਾਂ ਦਾ ਰੱਖ ਦਿਓ, ਬਾਕੀ ਸਾਰਿਆਂ ਚ ਵੰਡ ਕੇ ਛਕ ਲੈਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਮੁਸਲਮਾਨਾਂ ਦੇ ਘਰ ਦਾ, ਭਾਈ ਖਿਆਲੀ ਜੀ ਦੇ ਘਰ ਦਾ ਦੁੱਧ ਖੁਦਾ ਨੂੰ ਭੇਟਾ ਕਰਵਾਇਆ, ਧੰਨ ਬਾਬਾ ਸਾਹਿਬ ਦਿੱਤਾ ਜੀ ਨੇ ਛਕਿਆ, ਬੱਚਿਆਂ ਨੇ ਛਕਿਆ, ਤੇ ਖਿਆਲੀ ਜੀ ਕੀ ਕਹਿੰਦੇ? ਕਹਿੰਦੇ ਮਹਾਰਾਜ ਸੱਚ ਕਰਕੇ ਜਾਣਿਓ, ਮੈਨੂੰ ਤੇ ਇਉਂ ਲੱਗਾ ਜਿਵੇਂ ਖੁਦਾ ਹੀ ਸਾਡੇ ਪਰਿਵਾਰ ਵਿੱਚ ਬਹਿ ਕੇ ਸਾਨੂੰ ਤਾਰ ਰਿਹਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਭਾਵਨਾ ਸਾਧ ਸੰਗਤ ਜੀ ਵਿੱਚੇ ਮੈਨੂੰ ਮਜਬੂਰੀ ਵਸ ਰੁਕਣਾ ਪਿਆ ਹੈ। ਪ੍ਰਬੰਧਕਾਂ ਵੱਲੋਂ ਗੱਡੀਆਂ ਦੇ ਸੰਬੰਧ ਵਿੱਚ ਇੱਕ ਚਿੱਠ ਆਈ ਆ, ਕਿਰਪਾ ਕਰਕੇ ਪ੍ਰਵਾਨ ਕਰਿਓ। ਬਾਹਰ ਕੁਝ ਗੱਡੀਆਂ ਨੇ PB 09B9600, ਉਹ ਗੱਡੀ ਕੋਈ ਟ੍ਰੈਫਿਕ ਦੇ ਸੰਬੰਧ ਵਿੱਚ ਰੁਕਾਵਟ ਬਣੀ ਆ, ਕਿਰਪਾ ਕਰਕੇ ਅੱਗੇ ਪਿੱਛੇ ਕਰ ਦਿਓ। ਇੱਕ ਗੱਡੀ ਹੋਰ ਹੈ PB 0953391, ਕਿਰਪਾ ਕਰੋ। ਪ੍ਰਬੰਧਕਾਂ ਵੱਲੋਂ ਬੇਨਤੀ ਆਈ ਆ, ਥੋੜੀ ਜੀ ਟ੍ਰੈਫਿਕ ਦੇ ਸੰਬੰਧ ਵਿੱਚ ਰੁਕਾਵਟ ਹੈ, ਅੱਗੇ ਪਿੱਛੇ ਕਰ ਦਿਓ। ਮੈਂ ਬੇਨਤੀ ਕਰਦਾ ਸਾਂ, ਧੰਨ ਭਾਈ ਖਿਆਲੀ ਕੱਟੜ ਮੁਸਲਮਾਨ, ਬੱਚਿਆਂ ਲੈ ਕੇ ਵਿੱਚ ਬੈਠਾ ਤੇ ਕਹਿੰਦੇ ਮਹਾਰਾਜ ਖੁਦਾ ਸੁਣਿਆ ਸੀ, ਖੁਦਾ ਵੇਖਿਆ ਨਹੀਂ ਸੀ, ਪਰ ਸੱਚ ਕਰਕੇ ਜਾਣਿਓ ਅੱਜ ਖੁਦਾ ਦੇ ਪ੍ਰਤੱਖ ਦਰਸ਼ਨ ਹੋ ਗਏ। ਮਹਾਰਾਜ ਬੇਨਤੀ ਆ, ਅੱਜ ਤੋਂ ਬਾਅਦ ਮੇਰੇ ਪਰਿਵਾਰ ਨੂੰ ਆਪਣਾ ਪਰਿਵਾਰ ਬਣਾ ਲਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣਾ ਪਰਿਵਾਰ ਬਣਾ ਲਓ। ਮਹਾਂਪੁਰਖ ਧੰਨ ਬਾਬਾ ਸਾਹਿਬ ਦਿੱਤਾ ਜੀ ਕਹਿੰਦੇ, ਗੁਰਮੁਖਾ ਬੰਦਗੀ ਵਾਲਿਆਂ ਦਾ ਸਾਰਾ ਸੰਸਾਰ ਹੀ ਆਪਣਾ ਪਰਿਵਾਰ ਹੁੰਦਾ। ਤੇਰਾ ਪਰਿਵਾਰ ਅੱਜ ਤੋਂ ਤੇਰਾ ਨਹੀਂ, ਇਹ ਗੁਰੂ ਨਾਨਕ ਦਾ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕੀ ਸੀ? ਬੱਚਿਆਂ ਨੇ, ਘਰ ਵਾਲੀ ਨੇ, ਭਾਈ ਖਿਆਲੀ ਜੀ ਨੇ ਸਾਰੇ ਧਾਲੀਵਾਲ ਨਗਰ ਵਿੱਚ ਜਾ ਕੇ ਕਹਿ ਦਿੱਤਾ, ਆਪਣੇ ਨਗਰ ਚ ਧਾਲੀਵਾਲ ਕੀ ਕਹਿ ਦਿੱਤਾ? ਪਿਆਰਿਓ, ਜੇ ਕਿਸੇ ਨੇ ਰੱਬ ਦੇਖਣਾ ਤੇ ਪੱਡਿਆਂ ਦੀ ਜੂਹ ਦੇ ਵਿੱਚ ਜਾ ਕੇ ਦੇਖੋ, ਪੱਡਿਆਂ ਦੀ ਜੂਹ ਦੇ ਵਿੱਚ ਜਾ ਕੇ ਦੇਖੋ। ਸੰਗਤ ਆਉਣ ਲੱਗ ਪਈ, ਬਸ ਨਿਹਾਲ 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 ਹੋਣ ਲੱਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਬੜੀ ਵੱਡੀ ਕਿਰਪਾ ਹੋਈ ਹੈ। ਸੰਪਰਦਾ ਹਰਖੋਵਾਲ, ਧੰਨ 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 ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਦੇ ਬਚਨਾਂ ਤੋਂ ਵਰੋਸਾਏ ਹੋਏ ਸ਼੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਇਸ ਵੇਲੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਮੁੱਚਾ ਸੰਤ ਸਮਾਜ ਜਿਹੜੇ ਮਹਾਂਪੁਰਖਾਂ ਨੂੰ ਪੰਡਤ ਜੀ ਕਹਿ ਕੇ ਸਤਿਕਾਰਦਾ ਹੈ, ਸੰਤ ਬਾਬਾ ਜਗਜੀਤ ਸਿੰਘ ਜੀ ਪੰਡਤ ਜੀ ਇਸ ਵੇਲੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਾਧ ਸੰਗਤ ਜੀ ਹੋਤੀ ਮਰਦਾਨ ਸੰਪਰਦਾ ਦੇ ਚਮਕਦੇ ਹੋਏ ਉਹ ਸਿਤਾਰੇ ਜੋ ਸਭ ਨੂੰ ਮਹਾਨ ਚਾਨਣ ਬਖਸ਼ਦੇ ਨੇ। ਮਹਾਂਪੁਰਖ ਆਏ ਆ, ਦਾਸ ਆਪਣੀ ਵੱਲੋਂ ਸਮੁੱਚੀ ਸਾਧ ਸੰਗਤ ਜੀ ਵੱਲੋਂ ਧੰਨ ਬਾਬਾ ਸਾਹਿਬ ਦਿੱਤਾ ਜੀ ਦੇ ਪਿਆਰ ਵਿੱਚ ਜੁੜੀ ਸੰਗਤ ਵੱਲੋਂ ਸੰਤ ਬਾਬਾ ਜਗਜੀਤ ਸਿੰਘ ਜੀ ਮਹਾਂਪੁਰਖਾਂ ਨੂੰ ਜੀ ਆਇਆਂ ਜੀ ਆਇਆਂ
ਜੀ ਆਇਆਂ ਕਹਿੰਦਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। 5-7 ਮਿੰਟਾਂ ਤੱਕ ਮਹਾਂਪੁਰਖਾਂ ਨੇ ਪਵਿੱਤਰ ਪ੍ਰਵਚਨਾਂ ਦੇ ਰਾਹੀਂ ਆਪ ਜੀ ਨੂੰ ਨਿਹਾਲ ਕਰਨਾ ਹੈ। ਹਾਂਜੀ, ਦਾਸ ਬੇਨਤੀ ਕਹਿ ਰਿਹਾ ਸੀ, ਧੰਨ ਧੰਨ ਬਾਬਾ ਸਾਹਿਬ ਦਿੱਤਾ ਜੀ ਦੀ ਇਹ ਬੰਦਗੀ ਵਾਲਿਆਂ ਦੀ ਨਿਸ਼ਾਨੀ ਹੋਇਆ ਕਰਦੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਇੱਕ ਦਾਤਾ। ਉਹ ਸਭ ਦੇ ਵਿੱਚ ਪਰਿਪੂਰਨ ਪਰਮਾਤਮਾ ਨੂੰ ਦੇਖਦੇ ਨੇ, ਕਿੱਥੇ ਕ ਬਿਰਤੀ ਟਿਕਾ ਕੇ ਰੱਖਦੇ ਨੇ। ਕੋਈ ਕਹਿ ਕੇ ਖੁਦਾ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ। ਕਹਿ ਕੇ ਖੁਦਾ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ। ਕੋਈ ਕਹਿ ਕੇ ਖੁਦਾ ਬਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ। ਕੋਈ ਕਹਿ ਕੇ ਖੁਦਾ ਬਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ। ਖੁਦਾ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ। ਕੋਈ ਕਹਿ ਖੁਦਾ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ। ਕੋਈ ਤੈਨੂੰ ਜੀ ਰਾਮ ਆਖਦਾ। ਖੁਦਾ ਵਾਜਾ ਮਾਰਦਾ ਜੀ, ਖੁਦਾ ਵਾਜਾ ਮਾਰਦਾ। ਅਕਾਲ ਪੁਰਖ ਵਾਹਿਗੁਰੂ, ਕੋਈ ਤੈਨੂੰ ਵਾਹਿਗੁਰੂ, ਕੋਈ ਤੈਨੂੰ ਰਾਮ ਰਹੀਮ, ਕੋਈ ਤੈਨੂੰ ਅੱਲਾ ਖੁਦਾ ਗੌੜ ਦੇ ਰੂਪ ਚ ਯਾਦ ਕਰਦਾ। ਸਭਨਾ ਜੀਆਂ ਕਾ ਇੱਕ ਦਾਤਾ। ਧੰਨ ਗੁਰੂ ਨਾਨਕ ਸਾਰੇ ਤੇਰੇ ਹੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਖਿਆਲੀ ਨੇ ਸਾਰੇ ਇਲਾਕੇ ਵਿੱਚ ਧੁੰਮ ਪਾਤੀ। ਵੱਡਾ ਬੇਟ ਬੇਰੀਆਂ ਦੇ ਝੁੰਡ ਵਿੱਚ ਖੁਦਾ ਆਣ ਕੇ ਬਹਿ ਗਿਆ। ਖੁਦਾ ਬਹਿ ਗਿਆ, ਖੁਦਾ ਬਹਿ ਗਿਆ। ਸੰਗਤਾਂ ਆਉਂਦੀਆਂ, ਹਰੇਕ ਨੂੰ ਨਾਮ ਦਾਨ ਸੇਵਾ ਤੇ ਸਿਮਰਨ ਦੇ ਨਾਲ ਜੋੜਦੇ। ਹੌਲੀ ਹੌਲੀ ਸੰਗਤ ਨੇ ਇੱਕ ਕੱਚਾ ਕਮਰਾ ਬਣਾਤਾ। ਮਹਾਂਪੁਰਖ ਕਹਿੰਦੇ ਇੱਕ ਕਮਰਾ ਹੋਰ ਬਣਾਉਣਾ। ਮਹਾਰਾਜ ਜੀ ਜਿਵੇਂ ਹੁਕਮ ਆ, ਚਲੋ 2 ਕੱਚੇ ਕਮਰੇ ਤਿਆਰ ਕਰਤੇ। ਕਹਿੰਦੇ ਮਹਾਰਾਜ ਇਸ ਕਮਰੇ 'ਚ ਕੀ? ਕਹਿੰਦੇ ਇਹਦੇ ਵਿੱਚ ਮੇਰੇ ਸਾਹਿਬ ਦਾ ਪ੍ਰਕਾਸ਼ ਕਰਨਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਮੁਸਲਮਾਨ ਭਾਈਚਾਰਾ ਵੀ ਆਉਂਦਾ ਸੀ, ਈਸਾਈ ਵੀ ਆਉਂਦੇ ਸਨ, ਹਿੰਦੂ ਭਰਾ ਵੀ ਆਉਂਦੇ ਸਨ। ਇਹ ਥੋੜਾ ਸਮਾਂ ਹੋ ਗਿਆ, 186 ਸਾਲ ਮਹਾਂਪੁਰਖਾਂ ਨੂੰ ਸੱਚਖੰਡ ਗਿਆ ਨੂੰ ਹੋ ਗਏ। 1828 ਦੇ ਵਿੱਚ 1723 ਈਸਵੀ ਤੋਂ 1828 ਈਸਵੀ ਤੱਕ ਤਕਰੀਬਨ 105 ਸਾਲ ਬਾਬਾ ਜੀ ਇਸ ਮਨੁੱਖ ਜਾਮੇ ਚ ਰਹੇ ਆ ਤੇ ਹਾਜ਼ਰ ਅੱਜ ਵੀ ਜੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। 186 ਸਾਲ ਉਹਨਾਂ ਨੂੰ ਸਰੀਰ ਦਾ ਓਲਾ ਦੇ ਕੇ ਗਿਆ ਨੂੰ ਹੋ ਗਏ। ਕੁਝ ਰੰਗੜਾਂ ਨੇ
ਜਿਹੜੇ ਆਪਣੇ ਆਪ ਨੂੰ ਕੱਟੜ ਮੁਸਲਮਾਨ ਅਖਵਾਉਂਦੇ ਸਨ, ਉਹਨਾਂ ਨੇ ਦੂਈ ਦਵੈਤ ਸ਼ੁਰੂ ਕਰ ਦਿੱਤੀ। ਉਹ ਹੱਦ ਮੁੱਕ ਗਈ। ਆ ਮੁਸਲਮਾਨ ਖਿਆਲੀ ਦਾ ਬੇੜਾ ਕਰਕੇ, ਕੌਣ ਕਹਿੰਦੇ ਕੱਟੜ ਮੁਸਲਮਾਨ, ਇਹ ਤੇ ਮੁਸਲਮਾਨਾਂ ਨੂੰ ਕਾਫਰ ਦੇ ਕੋਲ ਲਈ ਜਾਂਦਾ। ਉੱਥੇ ਤੇ ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ, ਇਹ ਤੇ ਸਾਰੇ ਮੁਸਲਮਾਨ ਸਿੱਖ ਬਣਾ ਦੇਣੇ ਆ। ਕੁਝ ਕਾਰਨ ਹੈ, ਕੁਝ ਕਾਰਨ ਹੈ ਸਾਧ ਸੰਗਤ। ਉੱਲੂ ਕਦੀ ਸੂਰਜ ਨੂੰ ਪ੍ਰਵਾਨ ਨਹੀਂ ਕਰਦਾ ਹੁੰਦਾ। ਹਾਂ ਜੀ, ਸੂਰਜ ਨੂੰ ਵੇਖ ਕੇ ਉੱਲੂਆਂ ਨੂੰ ਡਾਰੇ ਆਵੇ, ਉੱਲੂਆਂ ਨੂੰ ਡਾਰੇ ਆਵੇ। ਚਾਨ ਦੀ ਚਾਂਦਨੀ ਜੋਰਾਂ ਨੂੰ ਨਾ ਭਾਂਦੀ। ਸੂਰਜ ਨੂੰ ਦੇਖ ਕੇ ਜੀ ਉਹਨਾਂ ਨੂੰ ਡਾਰੇ ਆਵੇ, ਉਹਨਾਂ ਨੂੰ ਡਾਰੇ ਆਵੇ। ਚਾਨ ਦੀ ਚਾਂਦਨੀ ਜੋਰਾਂ ਨੂੰ ਨਾ ਭਾਂਦੀ। ਮਿਸਾਲ ਨਾ ਚੰਗੀ ਲੱਗੇ ਅੰਨਿਆਂ ਨੂੰ, ਚੰਗੀ ਲੱਗੇ ਅੰਨਿਆਂ ਨੂੰ। ਹੋਇਆ ਨੂੰ ਰਾਗਦੀ ਧੁਨ ਨਾ ਸੁਣਾਉਂਦੀ। ਚੋਪੜੀ ਹੋਈ ਰੋਟੀ ਨਾ ਚੰਗੀ ਲੱਗੇ ਬਾਂਦਰਾਂ ਨੂੰ, ਨਾ ਚੰਗੀ ਲੱਗੇ ਬਾਂਦਰਾਂ ਨੂੰ। ਗੱਤਿਆਂ ਨੂੰ ਨਿਸ਼ਾਨੀ ਢੋਰੀ ਢੋਰੀ ਜਾਂਦੀ। ਅਤਰ ਫਲੇਲਣਾ ਚੰਗੇ ਲੱਗਾ ਹਾਥੀਆਂ ਨੂੰ, ਚੰਗਾ ਲੱਗੇ ਹਾਥੀਆਂ ਨੂੰ। ਰੱਬ ਦੇ ਪਿਆਰਿਆਂ ਨੂੰ ਸੰਗਤ ਨਹੀਂ ਭਾਂਦੀ। ਰੱਬ ਦੇ ਮਾਇਆ ਨੂੰ ਸੰਗਤ ਨਹੀਂ ਭਾਂਦੀ। ਜਿਹੜੇ ਰੱਬ ਦੇ ਤੱਕਿਆ ਨਾ ਉਹਨਾਂ ਨੂੰ ਕੋ ਸਾਧੂ ਨਾ ਸੰਤ ਨਾ ਗੁਰਸਿੱਖ ਨਾ ਗੁਰੂ ਨਿਸ਼ਾਨ ਨਾ ਗੁਰੂ ਕੀ ਬਾਣੀ ਚੰਗੀ ਲੱਗਦੀ। ਮੈਂ ਬੇਨਤੀ ਕਹਿ ਰਿਹਾ ਸਾਂ, ਕੁਛ ਰੰਗੜਾ ਨੇ ਇਸਲਾਮ ਦੇ ਨਾਂ ਦਾ ਹੋਕਾ ਦੇ ਕੇ ਕਹਿ ਦਿੱਤਾ ਇਹ ਜਿਹੜਾ ਖਿਆਲੀ ਆ ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਬੰਦ ਕਰੋ। ਇਹ ਤੇ ਕਾਫਰ ਦੇ ਕੋਲ ਲੈ ਕੇ ਮੁਸਲਮਾਨਾਂ ਨੂੰ ਸਿੱਖ ਬਣਾਈ ਜਾਂਦਾ। ਪਰ ਸਾਧ ਸੰਗਤ ਜੀ ਕੀ ਹੋਇਆ? ਮਹਾਂਪੁਰਖ ਪੁੱਛਦੇ ਬਾਬਾ ਸਾਹਿਬ ਦਿੱਤਾ ਜੀ, ਖਿਆਲੀ ਜੀ ਭਾਈਚਾਰਾ ਕੀ ਕਹਿੰਦਾ? ਕਹਿੰਦੇ ਮਹਾਰਾਜ ਜੋ ਕਹਿੰਦੇ ਹੁੰਦੇ ਆ। ਕਹਿੰਦੇ ਤੇਰੀ ਕੀ ਭਾਵਨਾ? ਮਹਾਰਾਜ ਮੇਰੀ ਇੱਕ ਬੇਨਤੀ ਹੈ, ਸਭ ਦੁਨੀਆ ਮੁੜ ਜਾਵੇ ਸਾਹਿਬ ਜੀ ਤੂੰ ਮੁਖੜਾ ਨਾ ਮੋੜੀ। ਸਭ ਦੁਨੀਆ ਮੁੜ ਜਾਵੇ ਸਾਹਿਬ ਜੀ ਤੂੰ ਮੁਖੜਾ ਨਾ ਮੋੜੀ। ਸਭ ਦੁਨੀਆ ਮੁੜ ਜਾਵੇ ਸਾਹਿਬ ਜੀ ਤੂੰ ਮੁਖੜਾ ਨਾ ਮੋੜੀ। ਸਭ ਦੁਨੀਆ ਮੁੜ ਜਾਵੇ ਸਾਹਿਬ ਜੀ ਤੂੰ ਮੁਖੜਾ ਨਾ ਮੋੜੀ। ਸਭ ਦੁਨੀਆ ਮੁੜ ਜਾਵੇ ਸਾਹਿਬ ਜੀ ਤੂੰ ਮੁਖੜਾ ਨਾ ਮੋੜੀ। ਸਭ ਦੁਨੀਆ ਦੁਨੀਆ ਮੁੜ ਜਾਵੇ ਮੁਖੜਾ ਮੋਲ ਲਵੇ ਸਾਹਿਬ ਤੂੰ ਮੁਖ ਨਾ ਮੋੜੀ। ਸਾਧ ਸੰਗਤ ਜੀ
ਕੋਈ ਨਾ ਕੋਈ ਢੰਗ ਬਣਾਉਂਦੇ ਰਹੇ ਖਿਆਲੀ ਦੇ ਨਾਲ ਝਗੜਾ ਕਰਨ ਦਾ, ਧੰਨ ਬਾਬਾ ਸਾਹਿਬ ਦਿੱਤਾ ਜੀ ਦੇ ਨਾਲ ਝਗੜਾ ਕਰਨ ਦਾ। ਕੁਝ ਹੈਂਕੜਬਾਜ਼ ਚੌਧਰੀਆਂ ਨੇ ਖਿਆਲੀ ਨੂੰ ਆਖਿਆ, ਕਹਿੰਦੇ ਉਹ ਜਿਹੜੇ ਕਾਫਰ ਦੇ ਕੋਲ ਦੁਨੀਆ ਲੈ ਕੇ ਜਾਣਾ ਨਾ, ਹੁਣ ਅਸੀਂ ਉਹਦੇ ਨਾਲ ਮੱਥਾ ਲਾਉਣਾ ਹੀ। ਕਹਿੰਦੇ ਕਿਵੇਂ? ਕਹਿਣ ਲੱਗੇ ਉੱਥੇ ਬੇਰੀਆਂ ਦੀਆਂ ਲਗਰਾਂ ਬਹੁਤ ਸੋਹਣੀਆਂ, ਉਹ ਵੱਢ ਕੇ ਲਿਆਉਣੀਆਂ, ਉਹਦਾ ਪਲੰਗਾ ਬਣਾਉਣਾ, ਉਹਦੇ ਤੇ ਬਹਿ ਕੇ ਹੁੱਕਾ ਪੀਆ ਕਰਾਂਗੇ, ਦੇਖਾਂਗੇ ਉਹ ਜਿਹਨੂੰ ਤੂੰ ਰੱਬ ਬਣਾਈ ਬੈਠਾ ਸਾਡੀ ਲੱਤ ਤੋੜ ਦੂ। ਵਾਹ, ਸੂਰਜ ਨੂੰ ਵੇਖ ਕੇ ਤੇ ਉੱਲੂਆਂ ਨੂੰ ਡਰ ਆਵੇ। ਕਹਿੰਦੇ ਜਿਹਨੂੰ ਤੂੰ ਰੱਬ ਬਣਾ ਕੇ ਬਹਿ ਗਿਆ, ਉਹ ਵੇਖਾਂਗੇ ਸਾਡੀ ਲੱਤ ਤੋੜ ਦੂ। ਤੇ ਖਿਆਲੀ ਕੀ ਕਹਿੰਦਾ? ਕਹਿੰਦਾ ਚੌਧਰੀ ਰੱਬ ਦੇ ਪਿਆਰਿਆਂ ਨਾਲ ਮੱਥਾ ਨਹੀਂ ਲਾਈਦਾ, ਬਾਹਰ ਥੋੜੀ ਲੱਕੜ ਆ ਜਿੱਥੋਂ ਮਰਜ਼ੀ ਲੈ ਆਓ। ਕਹਿੰਦਾ ਮੱਥਾ ਲਾਉਣ ਦੀਆਂ ਤੇ ਤਿਆਰੀਆਂ ਸਾਡੀਆਂ। ਚਲੋ ਆਏ, ਜ਼ਬਰਦਸਤੀ ਲੱਕੜਾਂ ਵੱਢ ਕੇ ਸਾਧ ਸੰਗਤ ਜੀ ਚਲੇ ਗਏ। ਕੀ ਹੋਇਆ? ਜਾ ਕੇ ਫਟਾਫਟ ਲੋਹਾਰ ਦੇ ਕੋਲੋਂ, ਤਰਖਾਣ ਦੇ ਕੋਲੋਂ ਪਲੰਗਾ ਵੀ ਬਣਾ ਲਿਆ, ਹੁੱਕਾ ਪੀਣ ਦੀਆਂ ਤਿਆਰੀਆਂ। ਕੀ ਦੇਖਣਾ? ਜਿਹੜਾ ਉੱਥੇ ਫੱਕਰ ਬੈਠਾ ਧੰਨ ਬਾਬਾ ਸਾਹਿਬ ਦਿੱਤਾ, ਉਹ ਸਾਡੀ ਲੱਤ ਤੋੜ ਦੂ। ਬਾਬਾ ਜੀ ਨੇ ਲੱਤ ਕੀ ਤੋੜਨੀ ਸੀ? ਜਿਹੜੀਆਂ ਸ਼ਹੀਦ ਰੂਹਾਂ ਦਾ ਪਹਿਰਾ, ਲੱਤ ਤੇ ਉਹਨਾਂ ਤੋੜਨੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੁੜੀਆਂ ਕਹਿਣ ਲੱਗੀਆਂ, ਨੌਵਾਂ ਧੀਆਂ ਕਹਿਣ ਲੱਗੀਆਂ, ਅੱਬਾ ਇਹ ਪਲੰਗੇ ਤੇ ਤੁਸੀਂ ਆਰਾਮ ਕਰੋ, ਸਵੇਰੇ ਚੌਂਕ ਦੇ ਵਿੱਚ ਡਾਹ ਕੇ ਤੇ ਫਿਰ ਹੁੱਕਾ ਪੀਓਗੇ। ਪਹਿਲੀ ਵਾਰ ਪਲੰਗ ਡਾਇਆ, ਸਾਧ ਸੰਗਤ ਅਜੇ ਅੱਧੀ ਰਾਤ ਦਾ ਸਮਾਂ ਨਹੀਂ ਗਿਆ ਤੇ ਜਾ ਸ਼ਹੀਦ ਰੂਹਾਂ ਨੇ ਉੱਤੇ ਦਬਾਅ ਪਾਇਆ, ਕੜਕ ਕਰਕੇ ਪਲੰਗਾ ਟੁੱਟਾ, ਥੱਲੇ ਵੱਜਾ, ਸੱਜੇ ਪੱਟੋਂ ਲੱਤ ਟੁੱਟ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਵੇ ਦੁਹਾਈਆਂ, ਦੁਹਾਈਆਂ ਦਵੇ, ਮਾਰਿਆ ਗਿਆ, ਮਾਰਿਆ ਗਿਆ, ਮਾਰਿਆ ਗਿਆ। ਉਹਨੂੰ ਇਸ ਗੱਲ ਦਾ ਪਤਾ ਨਹੀਂ ਸੀ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਕਦੀ ਰੱਬੀ ਰੂਹਾਂ ਦੇ ਨਾਲ, ਕਦੇ ਮੱਥਾ ਨਾ ਫਕੀਰਾਂ ਨਾਲ ਲਾਈਏ। ਉਹ ਤਾਂ ਫੂਕ ਮਾਰ ਫੂਕ ਦੇਣਗੇ, ਮੱਥਾ ਨਾ ਫਕੀਰਾਂ ਨਾਲ ਲਾਈਏ। ਫੂਕ ਮਾਰ ਫੂਕ ਦੇਣਗੇ, ਮੱਥਾ ਨਾ ਫਕੀਰਾਂ ਨਾਲ ਲਾਈਏ। ਮੱਥਾ ਨਾ ਫਕੀਰਾਂ ਨਾਲ ਲਾਈਏ, ਉਹ ਤਾਂ ਫੂਕ ਮਾਰ ਫੂਕ ਦੇਣਗੇ। ਮੱਥਾ ਨਾ ਫਕੀਰਾਂ ਨਾਲ ਲਾਈਏ, ਫੂਕ ਮਾਰ ਫੂਕ ਦੇਣਗੇ। ਕਦੇ ਮੱਥਾ ਨਾ ਫਕੀਰਾਂ ਨਾਲ ਲਾਈਏ, ਫੂਕ ਮਾਰ ਫੂਕ ਦੇਣਗੇ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਅਗਲੀ ਪੰਕਤੀ ਪੜ ਲੋ, ਆਗਾ ਪੀਛਾ ਸੁਖ ਨਹੀਂ। ਲੋਕ ਪਤਾ ਲੈਣ ਆਏ ਮੁਸਲਮਾਨ, ਚੌਧਰੀ ਇਹ ਕੀ ਹੋਇਆ? ਕਹਿੰਦੇ ਮੱਥਾ ਜੂ ਲਾ ਬੈਠਾ ਬਾਬਾ ਸਾਹਿਬ ਦਿੱਤਾ ਜੀ ਦੇ ਨਾਲ। ਕਹਿੰਦੇ ਤੂੰ ਤੇ ਕਹਿੰਦਾ ਸਾਂ ਪਲੰਗ ਡਾ ਕੇ ਹੁੱਕਾ ਪੀਉ, ਵੇਖੂਗਾ ਲੱਤ ਤੋੜ ਦੂ। ਤੇ ਜਿਹੜੀਆਂ ਉੱਥੇ ਸ਼ਹੀਦ ਰੂਹਾਂ ਦਾ ਪਹਿਰਾ, ਉਹਨਾਂ ਨੇ ਲੱਤ ਤੋੜ ਕੇ ਵਿਖਾਲਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਸਾਖੀ ਹੋਰ ਵੀ ਅੱਗੇ ਲੰਮੀ ਹੈ। ਜਿਹੜਾ ਕੋਈ ਰਿਸ਼ਤੇਦਾਰ ਆਣ ਕੇ ਕਹਿੰਦਾ ਕਿ ਸਾਡੇ ਇਸਲਾਮ ਤੋਂ ਉਹ ਕਾਫਰ ਵੱਡਾ ਨਹੀਂ, ਭੁਗਤਣਾ ਉਹਨਾਂ ਨੂੰ ਵੀ ਪਿਆ। ਆਖਰਕਾਰ ਹੋਇਆ ਕਿ ਮਾਈਆਂ ਬੀਬੀਆਂ ਮੁਸਲਮਾਨਣੀਆਂ ਰੰਗਣਾ ਦੇ ਘਰ ਵਾਲੀਆਂ ਚੋਰੀ ਆਈਆਂ, ਬਾਬਾ ਜੀ ਸਾਡੇ ਬੰਦਿਆਂ 'ਚ ਹੈਂਕੜਬਾਜ਼ ਆ, ਸਾਨੂੰ ਮਾਫ ਕਰੋ, ਸਾਨੂੰ ਮਾਫ ਕਰੋ। ਬਾਬਾ ਸਾਹਿਬ ਦਿੱਤਾ ਜੀ ਕਹਿੰਦੇ ਅਸੀਂ ਨਿਰਵੈਰ ਦੀ ਭਗਤੀ ਕਰਦੇ ਆ, ਸਾਡਾ ਕਿਸੇ ਨਾਲ ਵੈਰ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਨਿਰਵੈਰ ਦੀ ਬੰਦਗੀ ਕਰਦੇ ਆ ਪੁੱਤਰਿਓ, ਸਾਡਾ ਕੋਈ ਵੈਰ ਨਹੀਂ, ਅਸੀਂ ਉਹਦੇ ਕੋ ਕੀ ਲੈਣਾ। ਸਾਧ ਸੰਗਤ ਜੀ ਖਿਆਲ ਕਰਿਓ,
ਧੰਨ ਧੰਨ ਬਾਬਾ ਸਾਹਿਬ ਦਿੱਤਾ ਜੀ, ਧੰਨ ਗੁਰੂ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਉਪਾਸ਼ਕਾ, ਉਹਨਾਂ ਨੇ ਸਭ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਨਾਲ ਜੋੜਿਆ। ਅੱਜ ਵੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਨਾਲ ਹੀ ਜੋੜਦੇ ਆ। ਦਾਸ ਬਹੁਤਾ ਅੱਗੇ ਨਾ ਵਧੇ, ਜੋ ਗੁਰਮਤਿ ਦਾ ਸੁਨੇਹਾ ਹੈ। ਦਾਸ ਹਰਖੋਵਾਲ ਵਾਲੇ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲੀਏ, ਉਹਨਾਂ ਦੀ ਰਾਤ ਦਿਨ ਸੇਵਾ ਕਰਨ ਵਾਲੇ ਸੰਤ ਬਾਬਾ ਗੁਰਬਚਨ ਸਿੰਘ ਜੀ ਡੰਡੇ ਵਾਲੇ ਮਹਾਂਪੁਰਖਾਂ ਦੀ ਅਸੀਸ ਦੇ ਨਾਲ, ਉਹਨਾਂ ਦੀ ਕਿਰਪਾ ਦੇ ਨਾਲ ਗੁਰੂ ਘਰ ਦਾ ਨਿਮਾਣਾ ਜਿਹਾ ਸੇਵਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਰਹਿਣ ਦੀ ਅਸੀਸ ਧੰਨ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਦਿੱਤੀ। ਹਰਖੋਵਾਲ ਵਾਲੇ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਕੇਵਲ ਸਾਧ ਸੰਗਤ ਤੇ ਪਹਿਰੇਦਾਰੀ ਹੈ, ਸੇਵਾਦਾਰੀ ਹੈ। ਸਾਡੇ ਸਿਰ ਦੇ ਤਾਜ ਸੰਤ ਬਾਬਾ ਜਗਜੀਤ ਸਿੰਘ ਜੀ ਮਹਾਂਪੁਰਖ ਹਰਖੋਵਾਲੀਏ, ਪਰ ਅੱਜ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਧੰਨ ਗੁਰੂ ਨਾਨਕ ਦੀ ਸਿੱਖੀ ਦੇ ਪ੍ਰਚਾਰਕ ਨੇ। ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਉਡੀਕਦੀਆਂ ਨੇ ਮਹਾਂਪੁਰਖਾਂ ਦੀ ਰਸਨਾ ਤੇ ਪ੍ਰਭ ਜੀ ਬਸੇ ਸਾਧ ਕੀ ਰਸਨਾ। ਮੇਰਾ ਪ੍ਰਭੂ ਵਸਦਾ, ਕਿਤੇ ਭੁੱਲ ਕੇ ਵੀ ਇਹਨਾਂ ਦੇ ਬਚਨ ਦੀ ਅਵੱਗਿਆ ਨਾ ਕਰ ਜਾਣੀ। ਸੰਤ ਬਾਬਾ ਜਗਜੀਤ ਸਿੰਘ ਜੀ ਮਹਾਂਪੁਰਖਾਂ ਦੇ ਰਾਤ ਦਿਨ ਬਾਣੀ ਦਾ ਪ੍ਰਵਾਹ, ਰਾਤ ਦਿਨ ਸੁਚਮਤਾ ਦਾ ਪ੍ਰਵਾਹ, ਰੋਮ ਰੋਮ ਦੇ ਵਿੱਚੋਂ ਗੁਰੂ ਨਾਨਕ ਦੀ ਸਿੱਖੀ ਬਰਸਿੰਦੀ ਹੈ, ਸਿਮਰਨ ਬਰਸਿੰਦਾ। ਜਿੱਥੇ ਸਾਧ ਸੰਗਤ ਜੀ ਵੱਡੇ ਵੱਡੇ ਸੂਰਜ ਤੇ ਚੰਦਰਮਾ ਵਰਗੇ ਚਾਨਣ ਆ ਜਾਣ, ਉੱਥੇ ਮੇਰੇ ਵਰਗੇ ਨਿਕੰਮਾ ਜਿਹਾ ਦੀਵਾ ਦੀ ਲੋ ਕੁਛ ਕੀਮਤ ਨਹੀਂ ਰੱਖਦੀ। ਅੱਗੇ ਸਮਾਂ ਸਟੇਜ ਸਕੱਤਰ ਸਾਹਿਬ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਪ੍ਰਧਾਨ ਸੂਬੇਦਾਰ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਉਹ ਦੱਸਣਗੇ। ਦਾਸ ਇਹ ਬੇਨਤੀ ਜ਼ਰੂਰ ਕਰਦਾ, ਨਸ਼ਿਆਂ ਦੇ ਗਲਤਾਨ ਚੋਂ ਨਿਕਲੀਏ, ਅੰਮ੍ਰਿਤ ਧਾਰੀ ਹੋਈਏ, ਅੰਮ੍ਰਿਤਮਈ ਜੀਵਨ ਰੱਖੀਏ, ਕਿਸੇ ਦਾ ਬੁਰਾ ਨਾ ਕਰੀਏ, ਸਰਬੱਤ ਦਾ ਭਲਾ ਮੰਗੀਏ, ਸਰਬੱਤ ਦਾ ਭਲਾ ਕਰੀਏ, ਰਾਤ ਦਿਨ ਹੋਕਾ ਦਿੰਦੇ ਰਹੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਗੁਰਦੀਪ ਸਿੰਘ ਜੀ ਖਜਾਲੇ ਵਾਲੇ, ਉਹਨਾਂ ਦਾ ਜਥਾ, ਜਿਨ੍ਹਾਂ ਨੇ ਗੁਰਸ਼ਬਦ ਵਿਚਾਰਾਂ ਰਾਹੀਂ ਸੰਗਤਾਂ ਨੂੰ 1.5 ਘੰਟੇ ਵਾਸਤੇ ਜੋੜਿਆ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿੱਥੇ ਸ਼ਬਦ ਵਿਚਾਰ ਦੇ ਨਾਲ ਸੰਗਤਾਂ ਨੂੰ ਜੋੜਿਆ, ਉੱਥੇ ਬਾਬਾ ਸਾਹਿਬ ਦਿੱਤਾ ਜੀ ਦੀ ਜੀਵਨੀ, ਜੋ ਕਿ ਰਾਤ ਦੇ ਪ੍ਰਸੰਗ ਦੇ ਵਿੱਚ ਵੀ ਕੁਝ ਸੰਗਤਾਂ ਨਾਲ ਸਾਂਝ ਪਾਈ ਸੀ, ਉਪਰੰਤ ਸੰਖੇਪ ਜੀਵਨੀ ਜੋ ਕਿ ਅੱਜ ਇਸ ਪ੍ਰਸੰਗ ਦੇ ਵਿੱਚ ਆਪ ਸੰਗਤਾਂ ਨਾਲ ਸਾਂਝ ਪਾਈ। ਸਾਧ ਸੰਗਤ ਜੀਓ, ਜਿਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੇ ਅਸੀਂ ਜੋੜ ਮੇਲੇ ਮਨਾਉਂਦੇ ਹਾਂ, ਉਹਨਾਂ ਸੰਤਾਂ ਮਹਾਂਪੁਰਸ਼ਾਂ ਦਾ ਇਤਿਹਾਸ ਵੀ ਜਾਣਨਾ ਬਹੁਤ ਜ਼ਰੂਰੀ ਹੈ, ਤਾਂ ਜੋ ਸਾਨੂੰ ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਆਪਣੀ ਜੀਵਨੀ ਨੂੰ ਕਿਸ ਤਰੀਕੇ ਨਾਲ ਨਿਭਾਇਆ ਔਰ ਸਾਨੂੰ ਕੀ ਸੇਧ ਦੇ ਕੇ ਗਏ, ਤਾਂ ਜੋ ਸਾਨੂੰ ਵੀ ਪਤਾ ਚੱਲ ਜਾਵੇ। ਧੰਨ ਧੰਨ ਬਾਬਾ ਸਾਹਿਬ ਦਿੱਤਾ ਜੀ ਕਿਤੇ ਪੱਕੇ ਮਹਿਲਾਂ ਦੇ ਵਿੱਚ ਨਹੀਂ ਰਹੇ, ਉਹ ਝੁੱਗੀਆਂ ਦੇ ਵਿੱਚ ਰਹਿ ਕੇ ਉਹਨਾਂ ਨੇ ਪਰਮੇਸ਼ਰ ਨੂੰ ਪਾਇਆ ਤੇ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਗਏ। ਇਹ ਦੁਨੀਆ ਦੇ ਲੋਕੋ, ਜੇ ਕਿਸ ਨੇ ਸੰਸਾਰ ਦੇ ਵਿੱਚੋਂ, ਇਸ ਭਵ ਸਾਗਰ ਦੇ ਵਿੱਚੋਂ ਤਰਨਾ ਹੈ, ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਓ, ਸ਼ਬਦ ਗੁਰੂ ਦੇ ਨਾਲ ਜੁੜ ਜਾਓ। ਇਹਨੂੰ ਜੋੜਨਾ ਹੈ ਆਪਣੀ ਸੁਰਤ ਨੂੰ, ਧੁਨ ਨੂੰ, ਬੁੱਧ ਨੂੰ। ਸ਼ਬਦ ਗੁਰੂ ਸੁਰਤ ਧੁਨ ਚਿੱਤ। ਸਾਧ ਸੰਗਤ ਜੀਓ, ਮੈਂ ਹੁਣ ਬੇਨਤੀ ਕਰਦਾ, ਸਾਡੇ ਬਹੁਤ ਮਹਾਨ ਸੰਤ ਜਗਜੀਤ ਸਿੰਘ ਜੀ ਹਰਖੋਵਾਲੇ, ਸਿੱਖ ਧਰਮ ਦੇ ਅੱਜ ਜੇ ਸੰਸਾਰ ਦੇ ਵਿੱਚ ਦੇਖਿਆ ਜਾਵੇ, ਧਰਮ ਨੂੰ ਫਰੋਲਿਆ ਜਾਵੇ, ਪਹਿਰਾਵੇ ਦੇ ਰੂਪ ਵਿੱਚ ਬਹੁਤ ਸੰਤ ਪਾਏ ਜਾਂਦੇ ਹਨ, ਲੇਕਿਨ ਜੋ ਸੰਤ ਹਨ
ਉਹਨਾਂ ਦਾ ਕੋਈ ਇਤਨਾ ਗਹਿਰਾ ਪਹਿਰਾਵਾ ਨਹੀਂ ਹੁੰਦਾ ਜਿਹੜਾ ਕਿ ਦੁਨੀਆ ਦੇ ਲੋਕ ਅਲੱਗ ਥਲੱਗ ਪਹਿਚਾਨ ਸਕਣ। ਸਾਧ ਕੀ ਸੋਭਾ ਸਾਧ ਬਣਾਈ, ਸਾਧ ਉੱਪਰ ਭੇਦ ਨਾ ਪਾਈ। ਕਿਉਂਕਿ ਉਹਨਾਂ ਜਿਹੜਾ ਮਨ ਹੈ ਉਹ ਪਰਮੇਸ਼ਰ ਨਾਲ ਜੁੜਿਆ ਹੁੰਦਾ ਹੈ। ਦਿਖਾਵਾ ਤੇ ਕੱਪੜੇ ਤਾਂ ਸੰਸਾਰ ਵਿੱਚ ਇਹ ਤਨ ਢੱਕਣ ਵਾਸਤੇ ਹੁੰਦੇ ਹਨ, ਲੰਬੇ ਲੰਬੇ ਚੋਲਿਆਂ ਨਾਲ ਕੋਈ ਸੰਬੰਧ ਨਹੀਂ ਰੱਖਦੇ। ਸਾਧ ਸੰਗਤ ਜੀਓ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ, ਆਪਣੇ ਸਮੇਂ ਦੇ ਮੁਤਾਬਕ ਆਪ ਮਹਾਂਪੁਰਸ਼ ਸਟੇਜ ਤੇ ਬੈਠ ਕੇ ਸੰਗਤਾਂ ਗੁਰੂ ਸ਼ਬਦ ਵਿਚਾਰਾਂ ਨਾਲ ਜੋੜਨਗੇ, ਕਿਉਂਕਿ ਮਹਾਂਪੁਰਸ਼ਾਂ ਨੇ ਹੀ ਸਾਨੂੰ ਧੰਨ ਧੰਨ ਬਾਬਾ ਸਾਹਿਬ ਦਿੱਤਾ ਜੀ ਦੀ ਸੇਵਾ ਦਾ ਬਲ ਬਖਸ਼ਿਸ਼ ਕੀਤਾ ਹੈ ਔਰ ਇਸ ਸਥਾਨ ਦੀ ਸੇਵਾ ਦੇ ਵਿੱਚ ਉਹਨਾਂ ਦਾ ਹੱਥ ਹੈ। ਮੈਂ ਆਪ ਸੰਗਤਾਂ ਨੂੰ ਬੇਨਤੀ ਕਰਦਾ ਹਾਂ, ਬਾਬਾ ਜੀ ਦੇ ਬਚਨ ਵਾਲਾ ਸਰਵਰ ਕਰਨੇ ਜੀ। ਜੋ ਸੰਗਤਾਂ ਬਾਹਰ ਮੇਰੇ ਵੀਰ ਭੈਣ ਲੰਗਰ ਦੇ ਇਰਦ ਗਿਰਦ ਕਾਫੀ ਰਸ਼ ਪਾ ਕੇ ਖੜੇ ਹਨ, ਵੀਰਿਓ ਲੰਗਰ ਸਭ ਨੂੰ ਮਿਲਣਾ ਹੈ। ਜਦੋਂ ਸਮਾਂ ਆ ਜਾਏਗਾ ਸਾਰਿਆਂ ਨੂੰ ਲੰਗਰ ਮਿਲਦਾ ਜਾਵੇਗਾ, ਜ਼ਿਆਦਾ ਰਸ਼ ਕਰਨ ਦੀ ਲੋੜ ਨਹੀਂ। ਦਰਬਾਰ ਵਿੱਚ ਬੈਠੋ, ਜਦੋਂ ਪਹਿਲੀਆਂ ਸੰਗਤਾਂ ਛਕ ਲੈਣਗੀਆਂ ਫਿਰ ਤੁਸੀਂ ਛਕ ਲੈਣਾ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਉਸ ਰੌਲੇ ਰੱਪੇ ਨੂੰ ਜ਼ਰੂਰੀ ਹੈ ਗੁਰੂ ਘਰ ਆ ਕੇ ਬੈਠ ਕੇ ਆਪਣਾ ਜੀਵਨ ਸਫਲ ਕਰੋ। ਬੇਨਤੀ ਕਰੂੰਗਾ ਮਹਾਂਪੁਰਸ਼ਾਂ ਨੂੰ ਆਪਣੇ ਸਮੇਂ ਦੇ ਮੁਤਾਬਕ ਸੰਗਤਾਂ ਗੁਰੂ ਸ਼ਬਦ ਵਿਚਾਰਾਂ ਨਾਲ ਸਰਵ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दंडोत बंदन अनक बार, सर्व कला समरथ, डोलन ते राखो प्रभु, नानक दे कर हाथ। ज्ञान अंजन गुर दिया, अज्ञान अंधेर बनास, हर कृपा ते संत भेटिया, नानक मन परगास। वाहिगुरु जी का खालसा, वाहिगुरु जी की फतेह। भगत वत्सल करना निधान, दीना बंधु जगत गुरु, निरंजनी जोत, धन धन साहिब श्री गुरु नानक देव जी महाराज, धन धन साहिब श्री गुरु गोबिंद सिंह साहिब जी महाराज, धन धन साहिब श्री गुरु ग्रंथ साहिब जी महाराज जी की पावन अपरपार कृपा का सदका आप सारे माई भाई प्रबंधकों के श्रेष्ठ उद्यम सदका गुरु महाराज के पावन घर चों बरसाए महापुरख धन धन बाबा साहब दत्ता जी, उन्होंने तप स्थान विखे हर साल की तरह इस साल भी गुरु ग्रंथ साहिब जी महाराज जी के पावन पवित्र दरबार विच हाजिर हो के बड़े ही सत्कार प्यार अदब के सहित गुरु की पावन हजूरी साध संगत विच बैठ करके परम पवित्र सत्कार योग संत बाबा गुरदीप सिंह जी खजाले वाले, उन्हों तो बड़े प्यार दे नाल बख्यान कीर्तन बाबा जी की जीवनी इतिहास सरवण कर रहे सी। क्योंकि महापुरखों ने बाबा साहब सिंह बेदी जी के बचनों नाल उन्हों का जन्म होया और उन्होंने माता पिता जी ने उन्हों का नाम इसे वास्ते साहिब दिता कि बाबा साहब सिंह जी ने दिते है। बाबा साहब सिंह जी बेदी धन धन साहिब श्री गुरु नानक देव जी महाराज की अंश वंश विचों 11वीं संतानक जोत सके। बाबा कलाधारी साहब डेरा बाबा नानक तो ऊना साहब जा बराजे, उन्होंने साहबजादे बाबा अजीत सिंह साहब जदों कि उन्होंने बांस रुक गई, 10वें पातशाही के चरणों च बेनती की, महाराज आप बख्शिश करो। कहन लगे त्रेणा ने भी अमृत छक लिया, भलिया ने भी सोडिया ने भी, तुसीं बेदी सारिਆਂ ਦਾ ਮੁੰਡ ਸੀ, तुसीं हाले अमृत पान नहीं किया।
ਕਹਿਣ ਲੱਗੇ, ਮਹਾਰਾਜ ਹੁਣ ਮੇਰਾ ਸਰੀਰ ਬਿਰਧ ਆ, ਆਪ ਜੀ ਦੀ ਸਿੱਖੀ ਬੜੀ ਗੰਭੀਰ ਆ, ਮੇਰੇ ਜਿਹੜਾ ਸਾਹਿਬਜ਼ਾਦਾ ਹੋਏਗਾ ਉਹਨੂੰ ਅੰਮ੍ਰਿਤ ਛਕਾਵਾਂਗੇ। ਇਹ ਬਾਬਾ ਅਜੀਤ ਸਿੰਘ ਜੀ ਹੋਏ, ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸ੍ਰੀ ਸਾਹਿਬ ਔਰ ਸ੍ਰੀ ਜਪਜੀ ਸਾਹਿਬ ਦੀ ਦਾਤ ਬਖਸ਼ੀ। ਅੱਜ ਵੀ ਜਿਹੜੇ ਉਹਨਾਂ ਦੀ ਅੰਸ਼ ਵੰਸ਼ ਦੇ ਮਹਾਂਪੁਰਖ ਆ, ਉਹ ਸ੍ਰੀ ਜਪਜੀ ਸਾਹਿਬ ਨੂੰ ਹਮੇਸ਼ਾ ਆਪਣੇ ਸੀਸ ਵਿੱਚ ਰੱਖਦੇ ਆ। ਔਰ ਉਹ ਸ੍ਰੀ ਸਾਹਿਬ ਦੀ ਜੋ ਛੋਟੀ ਹੈ, ਸੋ ਉਸੇ ਘਰ ਵਿੱਚੋਂ ਬਾਬਾ ਸਾਹਿਬ ਦਿੱਤਾ ਜੀ ਦਾ ਬਰਨਾਲ ਜਨਮ ਹੋਇਆ। ਬਾਬਾ ਵੀਰ ਸਿੰਘ, ਬਾਬਾ ਭਾਗ ਸਿੰਘ, ਬਾਬਾ ਖੁਦਾ ਸਿੰਘ, ਬਾਬਾ ਮਹਾਰਾਜ ਸਿੰਘ, ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਬਰਸਾਈਆਂ। ਔਰ ਕੱਲ੍ਹ ਹੀ ਦਰਬਾਰ ਸਾਹਿਬ ਅਜਾਇਬ ਘਰ 'ਚ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਬਿਕਰਮ ਸਿੰਘ ਦੀ ਤਸਵੀਰ ਲਾਈ ਹੈ। ਔਰ ਉੱਥੇ ਹੀ ਸੇਵਾ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਖਸ਼ਾਂ ਪ੍ਰਾਪਤ ਕੀਤੀਆਂ। ਇਸ ਸਥਾਨ ਤੇ ਵੀ ਮਹਾਂਪੁਰਖਾਂ ਨੇ ਬਖਸ਼ਿਸ਼ ਲੈ ਕੇ ਕੁਝ ਸਮਾਂ ਰਹੇ, ਬੰਦਗੀ ਕੀਤੀ, ਸੰਗਤਾਂ ਦਾ ਭਲਾ ਕੀਤਾ। ਔਰ ਬਾਬਾ ਵੀਰ ਸਿੰਘ ਜਦੋਂ ਫੌਜ ਵਿੱਚੋਂ ਆਏ, ਔੜ ਲੱਗੀ ਸੀ, ਪਰਿਵਾਰ ਨੇ ਕਿਹਾ ਕਿ ਇਹ ਟਿੰਡਾਂ ਲੈ ਕੇ ਆਓ। ਉਦੋਂ ਲੱਕੜ ਦੇ ਬੈੜ ਤੇ ਮਿੱਟੀ ਦੀਆਂ ਟਿੰਡਾਂ ਹੁੰਦੀਆਂ ਸੀ। ਬਾਬਾ ਸਾਹਿਬ ਦਿੱਤਾ ਜੀ ਦੇ ਪਾਸ ਆਏ, ਉਹਨੇ ਇੱਕ ਟਿੰਡ ਦਿੱਤੀ, ਕਹਿੰਦੇ ਤੁਹਾਡੀ ਬੰਦਗੀ ਬਹੁਤ ਹੈ, ਇੱਕ ਟਿੰਡ ਨੇ ਸਭ ਨੂੰ ਰਜਾ ਦਿਓਗੇ। ਜਦੋਂ ਗੱਗੂ ਬੂਏ ਨਗਰ ਆਏ, ਘਰ ਦੇ ਵੀ ਲੋਕ ਵੀ ਬੜੇ ਹੈਰਾਨ। ਫਿਰ ਬਾਬਾ ਵੀਰ ਸਿੰਘ ਇਕਾਂਤ ਵਿੱਚ ਜਾ ਕੇ ਅਰਦਾਸ ਕੀਤੀ, ਟਿੰਡ ਹੱਥ ਵਿੱਚ ਫੜ ਕਰਕੇ ਆਕਾਸ਼ ਵੱਲ ਨੂੰ ਚੁੱਕ ਕੇ, ਬਸ ਉਸੇ ਵੇਲੇ ਮੇਘੇ ਨੂੰ ਫਰਮਾਨ ਹੋਆ, ਬਰਸੋ ਕਿਰਪਾ ਧਾਰ, ਜਲ ਥਲ ਹੋ ਗਿਆ। ਬੜੀ ਬਖਸ਼ਿਸ਼ ਹੋਈ, ਸਾਰੇ ਕਿਸਾਨ ਖੁਸ਼ ਹੋ ਗਏ। ਸੋ ਇਸ ਪ੍ਰਕਾਰ ਉਹਨਾਂ ਦੇ ਜੀਵਨ ਦੇ ਵਿੱਚ ਬੜੇ ਕ੍ਰਿਸ਼ਮੇ ਹੈਗੇ ਆ। ਅੱਜ ਵੀ ਉਹਨਾਂ ਦੀ ਪਰੰਪਰਾ ਜੋ ਹੈ, ਉੱਥੇ ਦਵਾਈ ਬੂਟੀ ਦਾ ਕੰਮ ਕਾਫੀ ਚੱਲਦਾ, ਸੰਗਤਾਂ ਲਾਭ ਲੈਂਦੀਆਂ। ਆ ਪਿਛਲੇ ਦਿਨਾਂ 'ਚ ਹੀ ਸੰਤ ਹਰਭਜਨ ਸਿੰਘ ਜੀ ਮਾਲੂਵਾਲ ਵਾਲੇ ਆਮ ਡੈਰੀਆਂ ਯੰਤਰੀਆਂ 'ਚ ਉਹਨਾਂ ਦਾ ਨਾਮ ਆਉਂਦਾ ਰਿਹਾ, ਉਹ ਵਾਹਿਗੁਰੂ ਪਿਆਰੇ ਹੋ ਗਏ। ਉਹਨਾਂ ਦੀ ਬੜੀ ਇੱਛਾ ਸੀ ਕਿ ਇਸ ਦਿਨ ਦੇ ਉੱਤੇ ਕਈ ਵਾਰੀ ਮੈਨੂੰ ਫੋਨ ਕੀਤਾ ਕਿ ਸਾਨੂੰ ਵੀ ਨਾਲ ਲੈ ਕੇ ਜਾਇਓ, ਪਰ ਜੋ ਵਾਹਿਗੁਰੂ ਦਾ ਹੁਕਮ ਹੈ ਉਹ ਸਾਧ ਸੰਗਤ ਜੀ ਅਟਾ ਲਿਆ। ਸੋ ਅੱਜ ਬਹੁਤ ਵੱਡਾ ਸਿੱਖ ਜਗਤ ਦੇ ਵਿੱਚ ਮਹਾਨ ਗੁਰਪੁਰਬ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਗਤਿਆਂ ਦੀ ਗੱਤ, ਨਪਤਿਆਂ ਦੀ ਪੱਤ, ਨਤੇਰਿਆਂ ਦੀ ਧਿਰ, ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਸੇਵਾ ਕਿਸ ਪ੍ਰਕਾਰ ਕੀਤੀ ਅਤੇ ਸਾਨੂੰ ਜਾਂਚ ਦੱਸੀ। ਹਸਤੀ ਸਿਰ ਜੋ ਅੰਕਸ ਹੈ, ਇਹ ਹਰਨ ਜੋ ਸਿਰ ਦੇ, ਮਨ ਤਨ ਆਗੈ ਰਾਖੈ, ਉਹ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਵਾਰੀਐ, ਸਭ ਰਾਜ ਸ੍ਰਿਸ਼ਟ ਕਾ ਲੇ। ਕਿਤਨੇ ਲੰਬੇ ਸਮੇਂ ਤੱਕ ਬਿਆਸ ਦਰਿਆ ਚੋਂ ਗਾਗਰ ਨਾ ਜਲ ਲਿਆ ਕੇ ਪਿਛਲਪੁਰੀ ਆਉਣਾ, ਗੁਰੂ ਸਾਹਿਬ ਵੱਲ ਪਿੱਠ ਨਾ ਹੋਵੇ, ਖਡੂਰ ਸਾਹਿਬ ਦੀ ਜੂਹ ਮੁਕਣ ਤੋਂ ਫੇਰ ਚਿਹਰਾ ਦਰਿਆ ਵੱਲ ਕਰਨਾ। ਰਾਸਤੇ 'ਚ ਅੱਜ ਵੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ, ਉਹ ਕਰੀਰ ਦਾ ਦਰਖਤ ਮੌਜੂਦ ਹੈ, ਜਿੱਥੇ ਇੱਕ ਵਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਲਾਹੀ ਕਰਦੇ ਸਨ।
ਤੇ ਮਹਾਰਾਜ ਦੇ ਇਸ਼ਨਾਨ ਦੀ ਸੇਵਾ, ਹਜ਼ੂਰੀ ਸੇਵਾ, ਲੰਗਰ ਦੀ, ਸੰਗਤ ਦੀ ਬੇਅੰਤ ਸੇਵਾਵਾਂ ਨਿਭਾਉਂਦੇ ਸਨ। ਅਖੀਰ ਪਰਚਾ ਪਿਆ, ਪੂਰੇ ਉਤਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਤੋਂ ਕਰਾਇਆ। ਆਪ 5 ਪੈਸੇ ਨਾਲੀਏ ਰੱਖ ਕੇ ਪਰਿਕਰਮਾ ਕੀਤੀਆਂ। ਮੁਖੀ ਸਿੱਖਾਂ ਨੂੰ, ਪੁੱਤਰਾਂ ਨੂੰ ਵੀ ਕਿਹਾ, ਪਰ ਬਾਬਾ ਮੋਹਨ ਜੀ ਕਿ ਮੇਰਾ ਹੱਕ ਬਣਦਾ ਸੀ ਗੱਦੀ ਦਾ, ਤੁਸੀਂ ਸੇਵਕ ਨੂੰ ਗੱਦੀ ਦਿੱਤੀ ਹੈ। ਉਹ ਆਪਣੇ ਵਿਚਾਰ ਵਿੱਚ ਰਹੇ, ਪਰ ਬਾਬਾ ਮੋਹਰੀ ਜੀ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਪਰਿਕਰਮਾ ਕਰਕੇ ਭੇਟਾ ਰੱਖ ਕੇ ਨਮਸਕਾਰ ਕੀਤੀ। ਹਜ਼ੂਰ ਦੇ ਹੁਕਮ ਦੀ ਪਾਲਣਾ ਕਰਨ ਦੇ ਕਾਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜੋ ਸਤਿਨਾਮ ਦੀ ਬਾਣੀ ਹੈ, ਉਹਦੇ ਵਿੱਚ ਬਚਨ ਮਹਾਰਾਜ ਅੰਕਿਤ ਕਰਕੇ ਗਏ ਹੈ। ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸਾਂ ਪੈਰੀਂ ਪਾਈ। ਜਦੋਂ ਗੁਰੂ ਰਾਮਦਾਸ ਨੂੰ ਗੱਦੀ ਦਿੱਤੀ, ਉਦੋਂ ਮੋਹਰੀ ਨੇ ਬਚਨ ਮੰਨਿਆ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਭਾਈ ਜੇਠਾ, ਜਿਹੜੇ ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਪੀਰੇ ਹਮ ਥਾਪੇ। ਔਰ ਕਿੱਥੇ ਘੁੰਗਣੀਆਂ ਵੇਚਣੀਆਂ, ਸੰਗਤ ਵਿੱਚ ਆਉਣਾ, ਫਿਰ ਸ਼ਾਦੀ ਵੀ ਆਪ ਕਰਨੀ। ਸਤਿਕਾਰਯੋਗ ਬੀਬੀ ਭਾਨੀ ਜੀ ਦੇ ਨਾਲ ਫੇਰ ਪਰਖ ਵਿੱਚ ਦਾਨੀ ਦੇ ਘਰ ਵਾਲਾ ਰਾਮਾ ਤੇ ਬੀਬੀ ਭਾਨੀ ਜੀ ਦੇ ਘਰੋਂ ਭਾਈ ਜੇਠਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਜਦੋਂ ਪ੍ਰੀਖਿਆ ਹੋਈ, ਭਾਈ ਪਾਰੋ ਸਾਹਿਬ ਪਾਸ ਹੋਏ ਡੱਲੇ ਵਾਲੇ, ਜਿਨ੍ਹਾਂ ਦੀ ਬੰਸ ਵਿੱਚ ਧੰਨ ਧੰਨ ਭਾਈ ਦਇਆ ਸਿੰਘ ਸਾਹਿਬ ਹੋਏ, ਜਿਨੇ 5 ਪਿਆਰਿਆਂ ਸਭ ਤੋਂ ਪਹਿਲਾਂ ਸੀਸ ਭੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਔਰ ਸਾਧ ਸੰਗਤ ਜੀ, ਜਿਨ੍ਹਾਂ ਦੀ ਬੰਸ ਵਿੱਚ ਬਾਬਾ ਲਾਲੂ ਜੀ, ਬਾਬਾ ਸਲਾਮਤ ਰਾਏ ਹੋਏ, 72 ਬ੍ਰਹਮ ਗਿਆਨੀ। ਭਾਈ ਗੁਰਦਾਸ ਸਾਹਿਬ ਨੇ 12 ਚ ਨਾਂ ਲਿਖੇ ਹਨ। ਸੋ ਸਾਧ ਸੰਗਤ ਜੀ, ਭਾਈ ਜੇਠਾ ਗੁਰੂ ਰਾਮਦਾਸ ਜੀ ਪਾਸ ਹੋਏ, ਬੀਬੀ ਭਾਨੀ ਜੀ ਪਾਸ ਹੋਏ। ਭਾਈ ਪਾਰੋ ਸਾਹਿਬ ਜੀ ਨੂੰ ਹੁਕਮ ਹੋਇਆ, ਕਹਿਣ ਲੱਗੇ ਮਹਾਰਾਜ ਮੈਂ ਗੁਰੂ ਬਣਨਾ, ਸਿੱਖ ਬਣਨਾ ਵਧੇਰੇ ਪਸੰਦ ਕਰਦਾ। ਉਹਨਾਂ ਨੂੰ ਫਿਰ ਗਿਆ, ਭਾਈ ਪਾਰੋ ਤੂੰ ਪਰਮਹੰਸ ਆ। ਬੀਬੀ ਭਾਨੀ ਜੀ ਨੂੰ ਹੁਕਮ ਹੋਇਆ, ਕਹਿੰਦੇ ਘਰ ਦੀ ਘਰ 'ਚ, ਭਾਵ ਪਤੀ ਗੱਦੀ ਤੇ ਬੈਠੇਗਾ ਫੇਰ ਘਰ ਦੀ ਘਰ 'ਚ ਰਹੇਗੀ। ਤੇ ਜੇ ਅੱਜ ਦੀ ਬੀਬੀ ਹੁੰਦੀ ਸ਼ਾਇਦ ਆਪ ਬਹਿ ਜਾਂਦੀ। ਗੱਜ ਕੇ ਬੋਲੋ ਧੰਨ ਧੰਨ ਬੀਬੀ ਭਾਨੀ ਜੀ। ਭਾਈ ਜੇਠਾ ਜੀ ਗੁਰੂ ਅੰਗਦ ਸਾਹਿਬ ਨੇ ਬਖਸ਼ਿਸ਼ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ, ਗੁਰੂ ਅੰਗਦ ਸਾਹਿਬ ਤੋਂ ਬਖਸ਼ਾਂ ਲਈਆਂ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਜੇਠਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇ ਕਿਰਪਾ ਕੀਤੀ। ਕਿਰਪਾ ਲੈ ਕੇ ਕਿੰਨੀ ਨਿਮਰਤਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਜਿਹਦੇ ਵਾਸਤੇ ਭੱਟਾਂ ਨੇ ਕਿਹਾ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੈ ਧਾਰਿਆ। ਅੱਜ ਗੁਰੂ ਰਾਮਦਾਸ ਦਾ ਦਰਬਾਰ ਹਰਮੰਦਰ ਸਾਹਿਬ, ਸਾਰੇ ਸੰਸਾਰ ਦੇ ਤੀਰਥਾਂ ਦੀ ਯਾਤਰਾ ਕਰ ਲਓ। ਜਿੰਨਾ ਚਿਰ ਦਰਬਾਰ ਸਾਹਿਬ ਦੀ ਯਾਤਰਾ ਕੀਰਤਨ ਨਾ ਸੁਣੀਏ, ਹਾਜ਼ਰੀ ਨਾ ਭਰੀਏ, ਉਹ ਯਾਤਰੂ ਆਪਣੀ ਯਾਤਰਾ ਹੈ ਅਧੂਰੀ ਸਮਝਦੇ। ਉਹ ਜਿਸ ਦਰਬਾਰ ਵਾਸਤੇ ਪਾਤਸ਼ਾਹ ਲਿਖ ਗਿਆ, ਡਿਠੈ ਸਭੇ ਥਾਵ ਨਹੀਂ ਤੁਧ ਜਿਹਾ, ਬਾਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਬਸਤੀ ਸਗਨਾ ਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਅਸਮਨ ਜਾਏ ਨਾਇਆ ਰਾਮਦਾਸ।
ਉਹ ਸਰੋਵਰ ਦੀ ਮਹਿਮਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੋੜਮਾਚਾਰੀ ਦਾ ਇਤਿਹਾਸ ਛੱਡ ਕੇ ਸੇਵਕ ਬਣ ਕੇ ਸੇਵਾ ਕੀਤੀ। ਲੋਕਾਂ ਦੇ ਮਿਹਣੇ ਤਾਨੇ ਵੀ ਝੱਲੇ, ਟੁਕੜੇ ਵਾਸਤੇ ਕੁੜਮਾਂ ਦੇ ਗਾਗਰਾਂ ਢੋ ਰਿਹਾ, ਭਾਂਡੇ ਮਾਂਜ ਰਿਹਾ, ਪਰ ਲੋਕ ਇਲਾਜ ਤਿਆਗ ਕੇ, ਜਿਵੇਂ ਕਬੀਰ ਸਾਹਿਬ ਕਹਿੰਦੇ ਆ, ਸੋ ਸਾਧ ਸੰਗੀ ਮਾਤਰ ਪਿੱਤਰ ਤਿਆਗ ਕੇ ਪ੍ਰੀਤ ਚਰਨ ਕਬੀਰਾ,